ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰੋਗਰਾਮ ਦਾ ਨਾਮ ਹੈ ਜੀ ਟਿਪਸ ਫॉर ਗੁੱਡ ਲਾਈਫ ਜਾਂ ਸੁਖੀ ਜੀਵਨ ਦੇ ਰਾਜ਼। ਤੇ ਫਸਟ ਆਫ ਆਲ ਆਈ ਵਾਂਟ ਟੂ ਥੈਂਕ ਵੌਇਸ ਆਫ ਮਾਨਵਤਾ ਤੇ ਮੇਘਰਾਜ ਸਿੰਘ ਹੁਣੀ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ ਆਪਣੇ ਇਸ ਵਿਚਾਰ ਸਾਂਝੇ ਕਰਨ ਦਾ। ਤੇ ਆਪਾਂ ਇਹ ਸਾਰੇ ਵੈਲਕਮ ਆਲ ਦਾ ਪਾਰਟਿਸਪੈਂਟਸ ਐਜ਼ ਵੈਲ ਐਜ਼ ਦਾ ਸਾਡੇ ਆਡੀਅנס ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ, ਸਤਿ ਸ੍ਰੀ ਅਕਾਲ, ਸਲਾਮ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। If you are not already subscribing, please subscribe to this program, and also any financial help will be highly appreciated. I'm going to start today's program is regarding Jat Paat. I'm going to start with Meghraj Singh's few words. ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਤ ਪਾਤ ਦੇ ਗਟਰ ਵਿੱਚ ਫਸ ਗਿਆ ਹੈ ਇਨਸਾਨ, ਜਾਤ ਪਾਤ ਦੇ ਗਟਰ ਵਿੱਚ ਫਸ ਗਿਆ ਹੈ ਇਨਸਾਨ, ਊਚ ਨੀਚ ਦੀ ਬਦਗ ਤੋਂ ਹੋ ਰਿਹਾ ਹੈ ਪਰੇਸ਼ਾਨ, ਊਚ ਨੀਚ ਦੀ ਬਦਗ ਤੋਂ ਹੋ ਰਿਹਾ ਹੈ ਪਰੇਸ਼ਾਨ, ਜਾਤ ਪਾਤ ਜਿਸ ਨੇ ਬਣਾਈ ਵਹੀ ਹਨ ਇਸ ਧਰਤੀ ਦੇ ਸ਼ੈਤਾਨ, ਜਾਤ ਪਾਤ ਜਿਸ ਨੇ ਬਣਾਈ ਵਹੀ ਹੈ ਇਸ ਧਰਤੀ ਦੇ ਸ਼ੈਤਾਨ, त्याग देंगे जो जात पात नू वही खुश रहेंगे इंसान, त्याग देंगे जो जात पात नू वही खुश रहेंगे इंसान. This is by Meghraj Singh. Thank you Meghraj Singh ji for the shuruat. Now I'm going to talk about, this program is a series on the Jat Paat. We're going to start today how the idea of Jat Paat came into the Indian civilization. This goes back to almost at the time of Rig Veda, and it's really way back. The way it started was actually division of labor, and that division of labor later on became so corrupt that it took the shape and form of the way it is now. So we're going to discuss how many attempts have been made over the years to get rid of this, but it hasn't been that successful, unfortunately. And in subsequent sessions, we will talk about more about how to, what kind of measures were taken to get rid of Jat Paat, and what can we learn from those experiences to deal with the situation now. But in today's session, we're going to talk about before Guru Nanak Sahib, how the Jat Paat issue came to the forefront. I'm going to turn into Punjabi now program. Guru Gyani Dharam Singh ji, who's a former principal of Gurmat College too. Gyani ji, ਇਹ ਆਪਣੇ ਵਿਚਾਰ ਦੱਸੋ ਕਿ ਵੀ ਸਿੱਖੀ ਦੇ ਵਿੱਚ ਤਾਂ ਜਾਤ ਪਾਤ ਜਿਹੜੀ ਆ ਉਸ ਨੂੰ ਖਤਮ ਕੀਤਾ ਗਿਆ, ਪਰ ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜਾ ਜਾਤ ਪਾਤ ਦਾ ਸਿਲਸਿਲਾ ਚੱਲਾ ਰਿਹਾ ਉਹਦੇ 'ਚ ਤੁਹਾਡੀ ਕੀ ਵਾਕਫੀਅਤ ਹੈ ਉਸ ਬਾਬਤ? ਜਦੋਂ ਅਸੀਂ ਜਾਤ ਪਾਤ ਬਾਰੇ ਜਾਣਦੇ ਆ, ਪੜ੍ਹਦੇ ਆ, ਤੇ ਇਹਦਾ ਪਿਛੋਕੜ ਲੱਭਣਾ ਬੜਾ ਔਖਾ ਆ, ਕਿਉਂਕਿ ਮੈਂ ਪੜ੍ਹ ਰਿਹਾ ਸੀਗਾ ਵੀ ਕਿਤੇ ਲਿਖਿਆ 4 ਤੋਂ 5000 ਸਾਲ ਪਹਿਲੋਂ, ਕਿਤੇ ਇਹ ਵੀ ਮੈਂ ਪੜ੍ਹਿਆ ਵੀ ਇਹ ਜਿਹੜਾ ਮੰਨੂ ਜਿਹੜਾ ਆ ਇੱਕ ਤੇ ਸਿਮਰਤੀਆਂ ਲਿਖਣ ਵਾਲਾ ਆ, ਤੇ ਇੱਕ ਇਹਦੇ ਬਾਰੇ ਕਿਹਾ ਵੀ ਇਹ ਪਹਿਲਾ ਮਨੁੱਖ ਸੀਗਾ, ਤੇ ਇੱਥੋਂ ਤੱਕ ਕਿ ਵੀ ਜਾਤ ਪਾਤ ਦੀ ਉਤਪਤੀ ਜਿਹੜੀ 4 ਵਰਣ ਪਹਿਲੋਂ ਬਣਦੇ ਆ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਤੇ ਉਹਨਾਂ ਦੇ ਬਾਰੇ ਇਹ ਮਿੱਥ ਪ੍ਰਚਲਿਤ ਕੀਤੀ ਗਈ ਕਿ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਏ ਬ੍ਰਾਹਮਣ, ਬਾਹਾਂ ਤੋਂ ਪੈਦਾ ਹੋਏ ਖੱਤਰੀ, ਤੇ ਪੱਟਾਂ ਤੋਂ ਪੈਦਾ ਹੋਏ ਵੈਸ਼, ਤੇ ਪੈਰਾਂ ਤੋਂ ਪੈਦਾ ਹੋਏ ਸ਼ੂਦਰ। ਤੇ ਇਹਨਾਂ ਦਾ ਪਿਛੋਕੜ ਜਿਹੜਾ ਬਹੁਤ ਲੰਬਾ ਆ। ਰਿਗ ਵੇਦ ਸਭ ਤੋਂ ਪੁਰਾਣਾ ਆ, ਉਹਦੇ ਵਿੱਚ ਥੋੜਾ ਬਹੁਤਾ ਜ਼ਿਕਰ ਆਉਂਦਾ, ਪਰ ਜਿਹੜੇ ਬਾਅਦ ਵਾਲੇ ਵੇਦ ਨੇ, ਉੱਤਰ ਵੈਦਿਕ ਕਾਲ ਆ, ਉਹਦੇ 'ਚ ਇਹ ਵਰਣ ਵੰਡ ਦਾ ਬੜੇ ਚੰਗੇ ਤਰੀਕੇ ਦੇ ਨਾਲ, ਮਤਲਬ ਜ਼ੋਰ ਨਾਲ ਇਹਦਾ ਕੀਤਾ ਗਿਆ ਵਾ ਜ਼ਿਕਰ। ਤੇ ਇਸ ਕਰਕੇ ਇਹ ਵਰਣ ਵੰਡ ਤੇ ਇੱਕ ਤੇ ਹੋ ਗਏ 4। ਇਹਦੇ ਵਿੱਚ ਅੱਗੇ ਜਾਤਾਂ ਦੇ ਅੰਦਰ ਜਾਤਾਂ ਮੈਂ ਪੜ੍ਹ ਰਿਹਾ ਸੀਗਾ ਕਿ ਬ੍ਰਾਹਮਣਾਂ ਦੀਆਂ ਜਿਹੜੀਆਂ ਜਾਤਾਂ ਨੇ,
ਵੱਖਰੀਆਂ ਵੱਖਰੀਆਂ ਨੇ ਵੱਖਰੀਆਂ ਵੱਖਰੀਆਂ ਲਿਖੀਆਂ, ਪਰ 1901 ਦੀ ਜਿਹੜੀ ਜਨਗਣਨਾ ਹੋਈ ਉਹਦੇ ਵਿੱਚ ਇਕੱਲੇ ਬ੍ਰਾਹਮਣਾਂ ਦੀਆਂ ਜਿਹੜੀਆਂ ਜਾਤਾਂ ਨੇ ਉਹ 2378 ਆ, ਤੇ ਜਿਹੜੇ ਸ਼ੂਦਰ ਆ ਉਹਨਾਂ ਦੇ ਮੈਂ ਪੜ੍ਹਿਆ ਵੀ ਉਹਨਾਂ ਦੀਆਂ 6743 ਜਾਤਾਂ ਨੇ, ਤੇ ਵੈਸ਼ਾਂ ਦੀਆਂ ਤੇ ਖੱਤਰੀਆਂ ਦੀਆਂ ਜਿਹੜੀਆਂ ਉਹ ਵੱਖਰੀਆਂ ਤੁਸੀਂ ਮੰਨ ਸਕਦੇ ਵੀ ਜਾਤਾਂ ਦੇ ਵਿੱਚ ਜਾਤਾਂ ਜਿਹੜੀਆਂ, ਤਾਂ ਹੀ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਵੀ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਜਿਹੜੇ ਸਭ ਤੋਂ ਥੱਲੇ ਵਾਲੇ ਦੇ ਲੋਕ ਨੇ ਮੇਰੀ ਉਹਨਾਂ ਨਾਲ ਆ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਤੇ ਇਸ ਕਰਕੇ ਇਹ ਫਿਰ ਇੱਕ ਪੱਖ ਤੋਂ ਨਹੀਂ, ਇਹ ਸਮਾਜਿਕ ਤੌਰ ਤੇ ਮਨੁੱਖ ਨੂੰ ਤੋੜਦੀ ਆ ਜਾਤ, ਧਾਰਮਿਕ ਤੌਰ ਤੇ ਵੀ ਬੜੀ ਦੂਰ ਲੈ ਜਾਂਦੀ ਆ। ਬ੍ਰਾਹਮਣ ਜਿਹੜਾ ਆ ਉਹਦਾ ਜਨੇਊ ਜਿਹੜਾ ਉਹ ਕਪਾਹ ਦਾ ਹੋਊ, ਜਿਹੜਾ ਖੱਤਰੀ ਆ ਉਹਦਾ ਅਲਸੀ ਦੀ ਸਣ ਦਾ, ਤੇ ਜਿਹੜਾ ਵੈਸ਼ ਆ ਉਹਦਾ ਜਨੇਊ ਜਿਹੜਾ ਉਹ ਹੋਊਗਾ ਉੱਨ ਦਾ, ਤੇ ਜਿਹੜਾ ਸ਼ੂਦਰ ਆ ਉਹਨੂੰ ਇਹ ਪਾਉਣ ਦੀ ਆਗਿਆ ਨਹੀਂ, ਨਾ ਹੀ ਇਸਤਰੀ ਨੂੰ ਆਗਿਆ ਆ ਇਸ ਨੂੰ ਪਹਿਨਣ ਦੀ। ਇਸੇ ਤਰ੍ਹਾਂ ਵਿਦਿਆ ਪੜ੍ਹਨ ਦੀ ਗੱਲ ਆਉਂਦੀ ਆ, ਉਹ ਬ੍ਰਾਹਮਣ ਦਾ ਅਧਿਕਾਰ ਆ, ਜਾਂ ਖੱਤਰੀ ਪੜ੍ਹ ਸਕਦਾ, ਵੈਸ਼ ਨਹੀਂ ਪੜ੍ਹ ਸਕਦਾ, ਸ਼ੂਦਰ ਤੇ ਬਿਲਕੁਲ ਹੀ ਨਹੀਂ। ਤੇ ਇਸ ਕਰਕੇ ਇਹ ਜਿਹੜੀ ਜਾਤ ਪ੍ਰਥਾ ਇਹਨੇ ਮਨੁੱਖਤਾ ਨੂੰ ਇੰਨਾ ਨੁਕਸਾਨ ਪਹੁੰਚਾਇਆ ਕਿ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤਾ, ਤੇ ਪਸ਼ੂਆਂ ਨਾਲੋਂ ਵੀ ਜਿਹੜਾ ਇਹ ਮਾੜਾ ਜੀਵਨ ਜਿਹੜਾ ਜਿਹੜੇ ਨੀਵੀਆਂ ਜਾਤਾਂ ਵਾਲੇ ਜਿਹਨਾਂ ਨੂੰ ਅਸੀਂ ਸ਼ੂਦਰ ਕਿਹਾ ਜਾਂਦਾ, ਜਿਹਨਾਂ ਨੂੰ ਅਖੌਤੀ ਤੌਰ ਤੇ, ਕਿਉਂਕਿ ਸਾਡੇ 'ਚ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਸ ਦਾ ਨਾਮੋ ਨਿਸ਼ਾਨ ਹੀ ਮਿਟਾਇਆ ਉਹਨਾਂ ਨੇ, ਤੇ ਜਾਤ ਕਰਕੇ ਜਨਮ ਕਰਕੇ ਜਾਤ ਨਹੀਂ ਮੰਨੀ, ਕਰਮ ਕਰਕੇ ਮੰਨੀ ਆ। ਤੇ ਇਸ ਕਰਕੇ ਇਹਦਾ ਜਿਹੜਾ ਪ੍ਰਭਾਵ ਸੀਗਾ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਦੇਖਿਆ ਸੀਗਾ, ਤੇ ਉਹਨਾਂ ਨੇ ਇਹਦੇ ਬਾਰੇ ਬੜੀ ਜ਼ੋਰਦਾਰ ਆਵਾਜ਼ ਉਠਾਈ। ਤੇ ਜਦੋਂ ਅਸੀਂ ਦੇਖਦੇ ਹਾਂ ਜਾਤ ਪਾਤ ਦੇ ਵਿੱਚ ਕਿ ਜਿਹੜੇ ਸ਼ੂਦਰ ਨੇ ਉਹ ਮੰਦਿਰ ਦੇ ਨੇੜੇ ਵੀ ਨਹੀਂ ਜਾ ਸਕਦੇ, ਉਹਨਾਂ ਦੀਆਂ ਬਸਤੀਆਂ ਵੀ ਬਾਹਰ ਹੋਣਗੀਆਂ, ਉਹ ਕਿ ਲੋਕਾਂ ਦੀ ਗੰਦਗੀ ਚੁੱਕਣਗੇ, ਕੰਮ ਕਰਨਗੇ, ਤੇ ਫਿਰ ਉਹਨਾਂ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ। ਘਰਾਂ ਦੇ ਵਿੱਚ ਕੁੱਤੇ ਬਿੱਲੇ ਤੇ ਬੰਦਾ ਰੱਖ ਸਕਦਾ, ਪਰ ਸ਼ੂਦਰ ਜਿਹੜਾ ਆ ਉਹਦੇ ਪਰਛਾਵੇਂ ਤੋਂ ਵੀ ਪਿੱਟਿਆ ਮੰਨਿਆ ਜਾਂਦਾ। ਮੁਹੰਮਦ ਇਕਬਾਲ ਨੇ ਲਿਖਿਆ ਸੀਗਾ ਕਿ ਸ਼ੂਦਰ ਕੇ लिए ਹਿੰਦੁਸਤਾਨ ਗਮਖਾਨਾ ਥਾ। ਕਹਿੰਦੇ ਨੇ ਕਿ ਗਲਾਂ ਦੇ ਵਿੱਚ ਟੱਲੀਆਂ ਪਾ ਕੇ ਵੀ ਬਾਜ਼ਾਰਾਂ ਦੇ ਵਿੱਚ ਸ਼ੂਦਰਾਂ ਨੂੰ ਤੁਰਨਾ ਪੈਂਦਾ ਸੀ ਕਿ ਉਹ ਵਜਾਉਂਦੇ ਜਾਣ, ਕਿ ਅੱਗੋਂ ਜੇ ਕੋਈ ਉੱਚ ਜਾਤੀ ਦਾ ਮਨੁੱਖ ਆ ਰਿਹਾ ਹੋਵੇ ਤੇ ਉਹ ਟੱਲੀ ਦੀ ਆਵਾਜ਼ ਸੁਣ ਕੇ ਤੇ ਉਹਦੇ ਮੱਥੇ ਲੱਗਣ ਤੋਂ ਬਚ ਸਕੇ। ਇਹੋ ਜਿਹਾ ਹਾਲਾਤ ਬਣੇ ਹੋਏ ਸਨ। ਸੋ ਸੈਡ। ਹਾਂਜੀ, ਕਿੰਨੇ ਅਫਸੋਸ ਦੀ ਗੱਲ ਹੈ ਕਿ ਵੀ ਇਸ ਤਰ੍ਹਾਂ ਹੁੰਦਾ ਸੀ। ਪਰ ਗਿਆਨੀ ਜੀ, ਜਿਵੇਂ ਤੁਸੀਂ ਮਿਸਾਲ ਦਿੱਤੀ ਹੈ ਕਿ ਵੀ ਬ੍ਰਹਮਾ ਤੋਂ ਪੈਦਾ ਹੋਏ ਨੇ, ਬਈ ਬ੍ਰਹਮਾ ਦੇ ਜਿਹੜੇ ਮੂੰਹ ਤੋਂ ਪੈਦਾ ਹੋਏ, ਸਿਰ ਤੋਂ ਪੈਦਾ ਹੋਏ ਉਹ ਬ੍ਰਾਹਮਣ, ਜਿਹੜੇ ਬਾਹਾਂ ਤੋਂ ਪੈਦਾ ਹੋਏ ਉਹ ਖੱਤਰੀ, ਜਿਹੜੇ ਪੱਟਾਂ ਤੋਂ ਪੈਦਾ ਹੋਏ ਉਹ ਵੈਸ਼, ਤੇ ਜਿਹੜੇ ਪੈਰਾਂ ਤੋਂ ਹੋਏ ਉਹ ਸ਼ੂਦਰ। ਤੇ ਜਿਹੜੇ ਫਿਰ ਜਿਨ੍ਹਾਂ ਨੂੰ ਦਲਿਤ ਜਾਂ ਹੋਰ ਵੀ ਥੱਲੇ ਆਊਟਕਾਸਟ ਕਹਿ ਦਿੰਦੇ ਨੇ ਜਾਂ ਅਨਟਚੇਬਲ ਕਹਿ ਦਿੰਦੇ ਨੇ, ਉਹਦਾ ਜਾਤ ਦੇ ਵਿੱਚ ਵੀ ਨਹੀਂ, ਉਹ ਕਿੱਥੋਂ ਆਏ ਉਹਦੇ ਲਈ? ਹਾਂਜੀ ਡਾਕਟਰ ਸਾਹਿਬ, ਅਸਲ ਦੇ ਵਿੱਚ ਇਹ ਤੇ ਇੱਕ ਮਿੱਥ ਆ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆ। ਕੋਈ ਮੂੰਹ ਤੋਂ ਵੀ ਪੈਦਾ ਹੁੰਦਾ ਆ, ਜਾਂ ਕੋਈ ਬਾਹਾਂ ਤੋਂ ਪੱਟਾਂ ਤੋਂ ਵੀ ਕੋਈ ਪੈਦਾ ਹੁੰਦਾ ਹੈ। ਤੇ ਤਾਂ ਹੀ ਤੇ ਬਾਬਾ ਕਬੀਰ ਜੀ ਨੇ ਬੜੀ ਜ਼ੋਰ ਨਾਲ ਕਿਹਾ ਸੀ ਵੀ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਉਹ ਆਨ ਬਾਟ ਕਾਹੇ ਨਹੀਂ ਆਇਆ। ਹਾਂਜੀ, ਤੇ ਇਹ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਉਹਨਾਂ ਦੀ ਸ਼ੈਤਾਨੀਅਤ ਆ। ਜਿਹੜਾ ਉਹ ਮੇਘਰਾਜ ਸਿੰਘ ਜੀ ਨੇ ਕਿਹਾ ਕਿ ਜਾਤ ਪਾਤ ਨੂੰ ਮੰਨਣ ਵਾਲਾ ਸਭ ਤੋਂ ਵੱਡਾ ਸ਼ੈਤਾਨ ਆ, ਇਹ ਤੇ ਸ਼ੈਤਾਨ ਦੀਆਂ ਗੱਲਾਂ ਨੇ ਜੀ। ਯੈਸ, ਦੈਟਸ ਰਾਈਟ। ਅੱਛਾ, ਇੱਕ ਹੋਰ ਵੀ ਥਿਊਰੀ ਹੈ ਆਉਂਦੀ ਜਾਤ ਪਾਤ ਬਾਬਤ, ਕਿ ਬਈ ਜਿਹੜੇ ਨਾ ਕਹਿੰਦੇ ਬਈ ਬਹੁਤ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਸੀ ਆਰੀਅਨ ਲੋਕ ਅੱਗੇ ਆਏ, ਜਿਹੜੇ ਸੀਗੇ ਜਿਹੜਾ ਦੱਖਣੀ ਯੂਰਪ ਸੀਗਾ ਉਹਦੇ ਵਿੱਚੋਂ ਤੇ ਨਾਰਥ ਏਸ਼ੀਆ ਦੇ ਵਿੱਚੋਂ ਜਿਹੜੇ ਲੋਕ ਇਕੱਠੇ ਹੋ ਕੇ ਨਾ ਉਹਨਾਂ ਨੇ ਹਮਲਾ ਕੀਤਾ, ਭਾਰਤ ਵੱਲ ਆਏ, ਲੱਭਦੇ ਲਵਾਉਂਦੇ ਈਰਾਨ ਵਿੱਚ ਹੀ ਹੁੰਦੇ, ਅਫਗਾਨਿਸਤਾਨ ਵਿੱਚ ਹੀ ਹੁੰਦੇ ਹੋਏ, ਤੇ ਇੱਧਰ ਪੰਜਾਬ ਵੱਲ ਆਏ ਉਹ ਆਪਣੀ ਭੁੱਖ ਮਿਟਾਉਣ ਦੇ ਲਈ। ਹਾਂਜੀ, ਤੇ ਉਹਨਾਂ ਦੇ ਗਾਂ ਜਿਹੜੇ ਆਏ, ਉਹ ਜਿਹੜੇ ਇੱਥੇ ਦੇ ਵਾਸੀ ਹੁੰਦੇ ਸੀ ਉਹ ਇਸ ਤਰ੍ਹਾਂ ਦੇ ਹੁੰਦੇ ਸੀ ਜਿਵੇਂ ਅਫਰੀਕਾ ਦੇ ਲੋਕ ਸੀਗੇ, ਨੀਗਰੋ। ਹਾਂਜੀ, ਤੇ ਜਾਂ
ਤੇ ਫਿਰ ਉਹਨਾਂ ਨੇ ਕੀ ਕੀਤਾ, ਆਪਣਾ ਰਾਜ ਭਾਗ ਕਾਇਮ ਕਰਨ ਦੇ ਲਈ ਇਹ ਲੋਕ ਜਿਹੜੇ ਸੀ ਉਹਨਾਂ ਨੂੰ ਪੁਸ਼ ਕਰਦੇ ਗਏ ਤਾਂ ਕਿ ਇਹ ਫਿਰ ਸੈਂਟਰਲ ਇੰਡੀਆ ਸਾਊਥ ਇੰਡੀਆ ਵਿੱਚ ਚਲੇ ਗਏ। ਹਾਂਜੀ ਜੀ ਤੇ ਹਾਂਜੀ ਜਿਹੜੇ ਨਹੀਂ ਗਏ ਉਹਨਾਂ ਨੇ ਆਪਣੇ ਨੌਕਰ ਬਣਾ ਲਿਆ ਜੀ ਜਾਂ ਜਿਹੜੇ ਕੁਛ ਸੀਗੇ ਉਹ ਡਰਦੇ ਮਾਰਦੇ ਉਹ ਚਲੇ ਗਏ ਜੰਗਲਾਂ ਵਗੈਰਾ ਦੇ ਵਿੱਚ ਜਾ ਲੁਕੇ, ਜਿਵੇਂ ਹੁਣ ਭੀਲ ਵਗੈਰਾ ਹੈਗੇ ਨੇ, ਭੀਲਵਾੜੇ ਹੋਏ ਹਾਂਜੀ, ਹਾਂਜੀ ਜਾਂ ਐਵੇਂ ਸਤਨਾਮੀ ਲੋਕ ਵੀ ਸੀਗੇ, ਜਾਂ ਇਸੇ ਤਰ੍ਹਾਂ ਹੁਣ ਕੁਛ ਜਿਹੜੇ ਬੰਦੇ ਸੀ ਆਰੀਅਨ, ਯੂਜੂਅਲੀ ਆਰੀਅਨ ਦੇ ਵਿੱਚ ਹੀ ਕਰਦੇ ਸੀਗੇ ਸ਼ਾਦੀਆਂ ਤੇ ਜੀ ਪਰ ਜਦੋਂ ਉਹਨਾਂ ਨੇ ਕੁਛ ਉਹਨਾਂ ਦੇ ਵਿੱਚੋਂ ਜਿਹੜੇ ਸੀ ਉਹਨਾਂ ਨੇ ਲੋਕਲ ਬੰਦਿਆਂ ਨਾਲ ਵੀ ਸ਼ਾਦੀਆਂ ਕਰ ਲਈਆਂ ਤੇ ਉਹਨਾਂ ਦੇ ਜਿਹੜੇ ਬੱਚੇ ਜਿਹੜੇ ਸੀਗੇ ਉਹਨਾਂ ਨੇ ਸ਼ੂਦਰ ਦੀ ਕੈਟਾਗਰੀ ਦੇ ਵਿੱਚ ਹੋਰ ਰਲਾ ਲਿਆ। ਇਸ ਤਰ੍ਹਾਂ ਕਰ ਕਰਾ ਕੇ ਮਤਲਬ ਕਈ ਕਿਸਮ ਦੇ ਹੈਗੇ ਨੇ ਕਹਾਣੀਆਂ ਬਣੀਆਂ ਹੋਈਆਂ ਕਿ ਵੀ ਕਿਸ ਤਰ੍ਹਾਂ ਇਹ ਜਾਤ ਪਾਤ ਦਾ ਆਰੰਭ ਹੋਇਆ। ਜੀ ਫਿਰ ਇਸੇ ਤਰ੍ਹਾਂ ਬਈ ਜਿਵੇਂ ਆਰੀਅਨ ਤੋਂ ਬਾਅਦ ਚ ਜਿਹੜੇ ਸੀਗੇ ਪਰਸ਼ੀਅਨ ਇਰਾਨੀ ਲੋਕ, ਉਹਨਾਂ ਨੇ ਹਮਲਾ ਕਰਕੇ ਇੱਥੇ ਮਤਲਬ ਰਾਜ ਭਾਗ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਤੋਂ ਬਾਅਦ ਫਿਰ ਅਫਗਾਨੀ ਆ ਗਏ ਗਾਂ ਕੀ, ਫਿਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੁਗਲ ਆ ਗਏ। ਹਾਂਜੀ, ਜਿਹੜੇ ਅਰਬੀ ਲੋਕ ਸੀਗੇ ਉਹਨਾਂ ਨੇ ਸਿੰਧ ਤੇ ਕਬਜ਼ਾ ਕਰਕੇ, ਮੁਹੰਮਦ ਬਿਨ ਕਾਸਿਮ ਵਗੈਰਾ ਨੇ ਉਧਰ ਆਪਣਾ ਰਾਜ ਭਾਗ ਐਸਟੈਬਲਿਸ਼ ਕਰ ਲਿਆ, ਸਿੰਧ ਤੇ ਕਬਜ਼ਾ ਕਰ ਲਿਆ। ਯਾਨੀ ਜਿੰਨੇ ਵੀ ਸੀਗੇ ਇਧਰਲੇ ਪਾਸੇ ਪੱਛਮੀ ਜਾਂ ਈਸਟਰਨ ਯੂਰਪ ਦੇ ਲੋਕ ਹੋਏ ਤੇ ਅਰਬ ਦੇ ਲਾਗੇ ਚਾਗੇ ਜਿਹੜੇ ਮਿਡਲ ਈਸਟ ਦੇ ਲੋਕ ਸੀ, ਉਹਨਾਂ ਦੇ ਇਲਾਕਿਆਂ ਦੇ ਵਿੱਚ ਤਾਂ ਭੁੱਖਮਾਰ ਸੀਗੀ। ਉਹਨਾਂ ਨੇ ਆਪਣੇ ਨਵੇਂ ਲੱਭਣ ਦੀ ਕੋਸ਼ਿਸ਼ ਇਲਾਕੇ ਕੀਤੀ ਜਿੱਥੇ ਕਿ ਉਹ ਸੁੱਖ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਤੇ ਜਿੰਨੇ ਵੀ ਆਏ ਉਹ ਜਾਂ ਉਹ ਫਿਰ ਬਾਹਮਣਾਂ ਨੇ ਉਹਨਾਂ ਨੂੰ ਆਪ ਦਾ ਸਟੇਟਸ ਨਹੀਂ ਦਿੱਤਾ, ਬਾਹਮਣ ਨਹੀਂ ਬਣਾਏ ਉਹਨਾਂ ਨੇ, ਜਾਂ ਉਹਨਾਂ ਨੂੰ ਖੱਤਰੀਆਂ ਜੋੜ ਲਿਆ, ਜਾਂ ਉਹਨਾਂ ਨੂੰ ਵੈਸ਼ਾਂ ਦੇ ਵਿੱਚ ਪਾ ਦਿੱਤਾ, ਜਾਂ ਉਹਨਾਂ ਸ਼ੂਦਰਾਂ ਦੇ ਵਿੱਚ ਪਾ ਦਿੱਤਾ। ਸੋ ਇੱਕ ਇਸ ਤਰ੍ਹਾਂ ਦਾ ਵੀ ਵਿਚਾਰ ਮੈਂ ਪੜ੍ਹਿਆ ਆਂਦਾ ਹੈਗਾ ਇਤਿਹਾਸ ਦੇ ਵਿੱਚ। ਇਹ ਤਾਂ ਹੈ ਹੀ ਆ ਜੀ। ਅਕਸਰ ਇਹ ਮੈਂ ਵੀ ਪੜ੍ਹ ਰਿਹਾ ਸੀਗਾ ਕਿ ਜਿਹੜੇ ਪਹਿਲੋਂ ਇੱਥੇ ਦੇ ਮੂਲ ਨਿਵਾਸੀ ਸੀਗੇ ਉਹਨਾਂ ਦੇ ਵਿੱਚ ਇਹੋ ਜਿਹਾ ਨਹੀਂ ਸੀ, ਉਹ ਇੱਕ ਇਕਾਈ ਦੇ ਤੌਰ ਤੇ ਰਹਿੰਦੇ ਸੀ, ਉਹਨਾਂ 'ਚ ਜਾਤ ਪਾਤ ਦਾ ਕੋਈ ਹੈ ਨਹੀਂ ਸੀਗਾ, ਕਿਉਂਕਿ ਵੱਖਰੇ ਵੱਖਰੇ ਵਿਦਵਾਨਾਂ ਦੀਆਂ ਖੋਜਾਰਥੀ ਜਿਹੜੇ ਨੇ ਉਹਨਾਂ ਦੇ ਖੋਜੀਆਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਧਾਰਨਾਵਾਂ ਨੇ ਤੇ ਹਰ ਤਰ੍ਹਾਂ ਦੇ ਮਿਲ ਜਾਂਦੇ ਆ। ਅੱਜ ਵੀ ਕਈ ਲੋਕ ਜਿਹੜੇ ਆ 21ਵੀਂ ਸਦੀ ਚੱਲ ਰਹੀ ਆ, ਬੰਦੇ ਨੂੰ ਬੜਾ ਗਿਆਨ ਪ੍ਰਾਪਤ ਹੋ ਗਿਆ ਤੇ ਅੱਜ ਵੀ ਜਾਤ ਪਾਤ ਦੇ ਹਾਮੀ ਲੋਕ ਜਿਹੜੇ ਨੇ ਉਹ ਕਈ ਤਰ੍ਹਾਂ ਦੀਆਂ ਕਹਾਣੀਆਂ ਕਥਾ ਇਹੋ ਜਿਹੀਆਂ ਲਿਖੀ ਜਾਂਦੇ ਜਿਨ੍ਹਾਂ ਚੋਂ ਜਾਤ ਪਾਤ ਨੂੰ ਸਹੀ ਸਿੱਧ ਕਰ ਰਹੇ ਨੇ। ਤੇ ਇਹ ਪਰ ਇੱਕ ਗੱਲ ਇਹ ਹੈਗੀ ਆ ਜ਼ਰੂਰ ਵੀ ਜਿਉਂ ਜਿਉਂ ਪੁਰਾਤਨ ਮਨੁੱਖ ਸੀਗਾ ਉਹ ਮਨੁੱਖ ਦੇ ਤੌਰ ਤੇ ਰਹਿੰਦਾ ਸੀ, ਉਹਨਾਂ 'ਚ ਕਬੀਲੇ ਜ਼ਰੂਰ ਸੀਗੇ, ਉਹ ਆਪਣੀ ਸੇਫਟੀ ਵਜੋਂ ਜੰਗਲਾਂ 'ਚ ਰਹਿੰਦੇ ਸੀਗੇ ਜਦੋਂ ਅਸੀਂ ਆਦ ਮਨੁੱਖ ਦੀ ਗੱਲ ਕਰਦੇ ਹਾਂ। ਪਰ ਇਹ ਜਾਤ ਪਾਤ ਜਿਹੜੀ ਆ ਇਹਦਾ ਜਿਹੜਾ ਬਹੁਤ ਘਿਨਾਉਣਾ ਰੂਪ ਵੈਸੇ ਤੇ ਸਾਰੀ ਦੁਨੀਆ 'ਚ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਚਲਿਤ ਆ, ਪਰ ਜਿਹੜਾ ਘਿਨਾਉਣਾ ਰੂਪ ਤੇ ਡਰਾਵਣਾ ਤੇ ਬੜਾ ਮਨੁੱਖਤਾ ਵਾਸਤੇ ਸ਼ਰਮਸ਼ਾਰ ਕਰਨ ਵਾਲਾ ਉਹ ਸਾਡੇ ਭਾਰਤ ਦੇ ਵਿੱਚ ਹੀ ਆ। ਹਾਂਜੀ, ਸਹੀ ਗੱਲ ਤੁਹਾਡੀ। ਤੇ ਭਾਰਤ ਦੇ ਵਿੱਚ ਫਿਰ ਇੱਕ ਹੋਰ ਵੀ ਗੱਲ ਹੈ ਕਿ ਵੀ ਦਿਨ ਬ ਦਿਨ ਜਿਉਂ ਇਹ ਚੀਜ਼ਾਂ ਚੱਲਦੀਆਂ ਰਹੀਆਂ, ਪਹਿਲਾਂ ਤਾਂ ਇਹ ਸੀਗਾ ਬਈ ਜੇ ਕੋਈ ਕੱਪੜੇ ਸੀਂਦਾ ਬੰਦਾ ਉਹ ਆਪਦੇ ਘਰੇ ਕੱਪੜੇ ਸੀਣ ਲੱਗ ਗਿਆ, ਉਹਨੇ ਮਾਂ ਪਿਓ ਤੋਂ ਸਿੱਖ ਲਈਆਂ ਚੀਜ਼ਾਂ। ਜੇ ਕੋਈ ਰਾਜਗੀਰੀ ਦਾ ਕੰਮ ਕਰਦਾ ਸੀ ਉਹਨਾਂ ਨੇ ਰਾਜਗੀਰੀ ਦਾ ਕੰਮ ਆਪਦੇ ਮਾਂ ਪਿਓ ਤੋਂ ਸਿੱਖ ਕੇ ਉੱਥੇ ਲਾਗੇ ਕਰਨ। ਪਰ ਹੌਲੀ ਹੌਲੀ ਉਹ ਚੀਜ਼ਾਂ ਜਿਹੜੀਆਂ ਸੀ ਤਾਂ ਆਪਣੇ ਕਿੱਤੇ ਦੇ ਲਿਹਾਜ਼ ਦੇ ਨਾਲ, ਤੇ ਕਿੱਤਾ ਕੋਈ ਵੀ ਬੰਦਾ ਕਰ ਸਕਦਾ ਸੀਗਾ, ਕੋਈ ਜ਼ਰੂਰੀ ਨਹੀਂ ਸੀ ਕਿ ਉਹਨੇ ਰਾਜਗੀਰੀ ਕਰਨੀ ਸੀ ਜਾਂ ਕੱਪੜੇ ਸਿਉਣੇ ਸੀ, ਕੁਛ ਵੀ ਕਰ ਸਕਦਾ ਸੀ। ਪਰ ਕੀ ਹੋਇਆ ਕਿ ਵੀ ਹੌਲੀ ਹੌਲੀ ਇਹਨਾਂ ਲੋਕਾਂ ਨੇ, ਜਿਹੜੇ ਸ਼ਰਾਰਤੀ ਲੋਕ ਸੀਗੇ ਖਾਸ ਤੌਰ ਤੇ ਬ੍ਰਾਹਮਣ, ਇਹਨਾਂ ਨੇ ਚੁੱਕ ਚੁਕਾ ਕੇ ਖੱਤਰੀਆਂ ਨੂੰ ਤੇ ਹੋਰ ਜਿਹੜੇ ਇਹੋ ਜਿਹੇ ਕਾਨੂੰਨ ਬਣਾ ਦਿੱਤੇ ਕਿ ਵੀ ਨਹੀਂ ਭਾਈ ਤੁਸੀਂ ਜਿਹੜੀ ਜਾਤ ਦੇ ਵਿੱਚ ਹੈਗੇ ਆ ਉੱਥੇ ਹੀ ਰਹਿਣਾ, ਉੱਥੋਂ ਮੁੜਨਾ ਨਹੀਂ। ਉੱਥੇ ਜੇ ਕਿਤੇ ਹੋਰ ਤੁਸੀਂ ਜਾਓਗੇ ਤਾਂ ਨਰਕਾਂ ਜਾਓਗੇ ਜੇ ਤੁਸੀਂ ਉਹ ਜਾਤ ਛੱਡ ਕੇ ਗਏ, ਜਾਂ ਤੁਹਾਡੇ ਜਿਹੜਾ ਹੈਗਾ ਹੋਰ ਕੋਈ ਨਾ ਕੋਈ ਤੁਹਾਨੂੰ ਸਿਆਪਾ ਪੈ ਜਾਊਗਾ ਜੇ ਤੁਸੀਂ ਇਹਦੀ ਉਲੰਘਣਾ ਕੀਤੀ ਇਹਨਾਂ ਅਸੂਲਾਂ ਦੀ। ਸੋ ਜਾਣੀ ਲੋਕਾਂ ਦੇ ਮਨ ਜਿਹੜੇ ਸੀਗੇ ਦਿਮਾਗ ਬ੍ਰੇਨ ਵਾਸ਼ ਕਰ ਦਿੱਤੇ
ਕਿ ਵੀ ਤੁਸੀਂ ਇਹ ਤਾਂ ਸਭ ਕੁਝ ਰੱਬ ਦਾ ਹੀ ਬਣਾਇਆ ਹੋਇਆ, ਇਹ ਤਾਂ ਜਦੋਂ ਕਿ ਇਹ ਬਣਾਇਆ ਇਹਨਾਂ ਨੇ ਆਪ ਸੀ, ਆਪਦਾ ਉੱਲੂ ਸਿੱਧਾ ਕਰਨ ਦੇ ਲਈ ਇਹ ਸਾਰੀਆਂ ਘਟਨਾ ਘੜੀਆਂ ਸੀ। ਹਾਂਜੀ, ਮੈਂ ਡਾਕਟਰ ਸਾਹਿਬ ਜੀ ਨੇ ਫਿਰ ਗੱਲ ਕਰਨੀ ਆ, ਮੈਂ 1 ਮਿੰਟ ਕੇ ਹੋਰ ਲਊਂਗਾ। ਉਹ ਇਹ ਆ ਵੀ ਜਿਹੜੀ ਕਰਮ ਕਰਕੇ ਤੇ ਠੀਕ ਆ, ਹਰ ਬੰਦੇ ਨੂੰ ਆਪਣੇ ਰੁਜ਼ਗਾਰ ਦੀ ਖਾਤਰ ਕੋਈ ਨਾ ਕੋਈ ਕੰਮ ਜਿਹੜਾ ਵਾ ਉਹ ਕਰਨਾ ਪਊਗਾ। ਸਾਰੇ ਜੱਜ ਨਹੀਂ ਬਣ ਸਕਦੇ, ਸਾਰੇ ਡਾਕਟਰ ਨਹੀਂ ਬਣ ਸਕਦੇ, ਤੇ ਨਾ ਸਾਰੇ ਡਰਾਈਵਰ ਬਣ ਸਕਦੇ ਆ। ਪਰ ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਦੇਸ਼ਾਂ ਦੇ ਵਿੱਚ ਬ੍ਰਾਹਮਣਾਂ ਦੇ ਮੁੰਡੇ ਜਿਹੜੇ ਆ ਸਫਾਈ ਦਾ ਕੰਮ ਵੀ ਕਰਦੇ ਨੇ ਆਪਣੇ ਫੀਸਾਂ ਤਾਰਨ ਦੀ ਖਾਤਰ, ਤੇ ਉਹਨਾਂ ਨੂੰ ਅਸੀਂ ਉਹ ਫਿਰ ਵੀ ਬਾਹਮਣ ਹੀ ਆ। ਤੇ ਜਿਹੜੇ ਜਿਨ੍ਹਾਂ ਨੂੰ ਅਖੌਤੀ ਸ਼ੂਦਰ ਕਿਹਾ ਜਾਂਦਾ, ਉਹ ਲੜਕੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਤੇ ਇੰਜੀਨੀਅਰ ਵੀ ਬਣ ਜਾਂਦੇ ਆ ਤੇ ਵੱਡੇ ਵੱਡੇ ਅਹੁਦਿਆਂ ਤੇ ਉਹ ਫਿਰ ਵੀ ਸ਼ੂਦਰ ਦੇ ਸ਼ੂਦਰ ਹੀ ਰਹਿ ਜਾਂਦੇ ਆ। ਤੇ ਇਹ ਇਸ ਕਰਕੇ ਇਹਨੂੰ ਕਿੱਤੇ ਦੇ ਨਾਲ ਜਿਹੜਾ ਬੰਦਾ ਕਿੱਤਾ ਕਰਦਾ ਆ, ਹੁਣ ਆਪਣੇ ਦੇਸ਼ ਦੇ ਵਿੱਚ ਵੀ ਕਿੰਨੇ ਜੱਜ ਦੀਆਂ ਪਦਵੀਆਂ ਤੱਕ ਵੀ ਪਹੁੰਚੇ ਹੋਏ ਆ, ਪਰ ਉਹਨਾਂ ਦੇ ਨਾਲ ਉਹ ਜਿਹੜੀ ਜਾਤ ਜਾਂ ਉਹ ਨਹੀਂ ਲੱਥ ਰਹੀ। ਜਦੋਂ ਕਿ ਹੋਣਾ ਤੇ ਚਾਹੀਦਾ ਵੀ ਜੇ ਕਰਮ ਕਰਕੇ ਫਿਰ ਉਹਦੇ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ। ਨਫ਼ਰਤ ਸਭ ਤੋਂ ਮਾੜੀ ਚੀਜ਼ ਆ। ਬਿਲਕੁਲ ਸਹੀ ਗੱਲ ਤੁਹਾਡੀ। ਅੱਛਾ, ਇਸ ਚੀਜ਼ ਤੇ ਇਹਨੂੰ ਠੱਲ ਪਾਉਣ ਦੇ ਲਈ ਇਹ ਜਾਤ ਪਾਤ ਦੇ ਸਿਲਸਿਲੇ ਨੂੰ ਬਹੁਤ ਕੁਝ ਕੀਤਾ ਗਿਆ, ਜਿਵੇਂ ਕਿ ਭਗਤੀ ਦੀ ਲਹਿਰ ਸੀਗੀ। ਉਸ ਤੋਂ ਪਹਿਲਾਂ ਹੋਰ ਵੀ ਬਹੁਤ ਕੁਝ ਹੁੰਦਾ ਹੋਣਾ, ਪਰ ਭਗਤੀ ਦੀ ਲਹਿਰ ਸੀ ਜਿਹਦੇ ਵਿੱਚ ਕਿ ਵੀ ਆਪਣੇ ਕਬੀਰ ਜੀ ਹੋਏ ਨੇ, ਭਗਤ ਰਵਿਦਾਸ ਜੀ ਹੋਏ ਨੇ, ਭਗਤ ਨਾਮਦੇਵ ਜੀ ਹੋਏ ਆ। ਇਹ ਸਾਰਿਆਂ ਨੇ ਛੋਟੀਆਂ ਜਾਤਾਂ ਦੇ ਵਿੱਚੋਂ ਹੁਣ ਤੇ ਵੀ ਇਹਨਾਂ ਨਖੇਦੀ ਕੀਤੀ ਹੈ, ਹਾਂਜੀ ਜੀ। ਪਰ ਇਹਨਾਂ ਦੇ ਜਿਹੜੇ ਸੀਗੇ ਫਾਲੋਅਰ ਜਿਹੜੇ ਆ, ਇਹਨਾਂ ਦੇ ਜਿਹੜੇ ਹੁਣ ਕਬੀਰ ਪੰਥੀ ਆ, ਜਾਂ ਜਿਹੜੇ ਰਵਿਦਾਸ ਪੰਥੀ ਆ, ਜਾਂ ਨਾਮਦੇਵ ਪੰਥੀ ਆ, ਜਾਂ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਹੈਗੇ ਨੇ ਭਗਤ ਜਿਨ੍ਹਾਂ ਦੇ ਕਿ ਪੈਰੋਕਾਰ ਜਿਹੜੇ ਹੋਣਗੇ, ਉਹ ਸਾਰੇ ਜਿਹੜੇ ਆ ਉੱਥੇ ਦੇ ਉੱਥੇ ਹੀ ਰਹਿ ਗਏ। ਉਹਨਾਂ ਦੇ ਵਿੱਚੋਂ ਕੋਈ ਉਹ ਹਿੰਦੂ ਜਿਹੜੀ ਗੁਲਾਮੀ ਸੀ ਉਹ ਤੋਂ ਛੁੱਟ ਨਹੀਂ ਸਕੇ। ਇਹਦਾ ਕੀ ਕਾਰਨ ਹੈ? ਡਾਕਟਰ ਸਾਹਿਬ, ਬਦਕਿਸਮਤੀ ਇਹ ਆ ਵੀ ਜਿਹੜਾ ਸਾਨੂੰ ਸਿੱਖੀ ਨੂੰ ਮੌਕਾ ਨਹੀਂ ਮਿਲਿਆ। 10ਵੇਂ ਪਾਤਸ਼ਾਹ ਜੀ ਤੱਕ ਤੇ ਵੈਸੇ ਹੀ ਮੁਗਲਾਂ ਦਾ ਰਾਜ ਰਿਹਾ, ਤੇ ਉਹਨਾਂ ਦਾ ਲੜਾਈ ਜਿਹੜੀ ਆ ਉਹ ਚੌਤਰਫੇ ਰਹੀ ਆ, ਧਾਰਮਿਕ ਤੌਰ ਤੇ, ਜਾਤ ਪਾਤ, ਰਾਜ ਭਾਗ ਦੇ ਨਾਲ। ਤੇ ਉਹਦਾ ਗੱਲ ਤੁਹਾਡੀ ਠੀਕ ਹੈ। ਤੇ ਮੇਰਾ ਕਹਿਣ ਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਹੋਏ ਨੇ ਜਾਂ ਉਹਨਾਂ ਦੇ ਸਮਕਾਲੀ ਹੋਏ ਨੇ ਬੰਦੇ, ਹਾਂਜੀ, ਤੇ ਉਹਨਾਂ ਦੇ ਜਿਹੜੇ ਫਿਰਕੇ ਨੇ ਜੀ, ਜਿਵੇਂ ਕਬੀਰ ਪੰਥੀ ਹੋਏ ਜਾਂ ਰਵਿਦਾਸ ਪੰਥੀ ਹੋਏ, ਉਹ ਕਿਉਂ ਨਹੀਂ ਆਪਣਾ ਆਪ ਦਾ ਵਿੱਚ ਮੰਨ ਲਓ ਆਇਡੈਂਟੀਟੀ ਉਹਨਾਂ ਨੇ ਕ੍ਰੀਏਟ ਕੀਤੀ ਆਪਣੀ? ਕਿਉਂ ਹਿੰਦੂਆਂ ਦਾ ਹਿੱਸਾ ਹੀ ਰਹੇ? ਉਹ ਡਾਕਟਰ ਸਾਹਿਬ, ਮੈਂ ਇਹੋ ਗੱਲ ਕਰਨ ਲੱਗਾ ਸੀਗਾ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਲਹਿਰ ਸ਼ੁਰੂ ਕੀਤੀ ਸੀ, ਉਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀ ਕਿਹਾ ਜਾਂਦਾ ਜਿਹੜੀ ਭਗਤ ਬਾਣੀ, ਜਿਹੜੀ ਭਗਤਾਂ ਦੀ ਬਾਣੀ, ਕਬੀਰ ਜੀ, ਰਵਿਦਾਸ ਜੀ, ਭਗਤ ਨਾਮਦੇਵ ਜੀ ਤੇ ਸਾਰੇ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਕੱਤਰ ਕੀਤੀ ਆਪਣੀਆਂ ਪ੍ਰਚਾਰਕ ਫੇਰੀਆਂ ਦੇ ਮੌਕੇ ਤੇ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ। ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਨੂੰ ਵਿੱਚ ਬ੍ਰਾਹਮਣਾਂ ਦੀ ਬਾਣੀ, ਭਗਤ ਜੈਦੇਵ ਜੀ ਵਰਗਿਆਂ ਦੀ, ਰਾਮਾਨੰਦ ਜੀ ਵਰਗਿਆਂ ਦੀ, ਤੇ ਵਿੱਚ ਹੀ ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ, ਨਾਮਦੇਵ ਜੀ ਵਰਗਿਆਂ ਦੀ ਇੱਕ ਥਾਂ ਤੇ ਇਕੱਤਰ ਕੀਤੀ। ਇਹ ਇੱਕ ਬੜੀ ਵੱਡਾ ਇਨਕਲਾਬ ਸੀਗਾ, ਤੇ ਉਹਦਾ ਫਰਕ ਬਹੁਤ ਪੈ ਰਿਹਾ ਸੀਗਾ। ਲੋਕ ਮਾਣ ਮਹਿਸੂਸ ਕਰਨ ਲੱਗ ਪਏ। 10ਵੇਂ ਪਾਤਸ਼ਾਹ ਜੀ ਨੇ ਕਮਾਲ ਕਰਤੀ। ਪਰ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਸੀਂ ਸਾਰੇ ਜਾਣਦੇ ਹਾਂ ਕਿ ਆਨੰਦਪੁਰ ਵੀ ਛੱਡਣਾ ਪਿਆ, ਤੇ ਜਾ ਕੇ ਦੱਖਣ ਦੇ ਵਿੱਚ ਨੰਦੇੜ ਉਹਨਾਂ ਨੇ ਜੋਤੀ ਜੋਤ ਸਮਾਏ। ਉਹਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਏ, ਉਹ ਲੜਦੇ ਰਹੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਉਹਦੇ ਨਾਲ ਹੀ ਬ੍ਰਾਹਮਣ ਆ ਗਏ ਡੋਗਰਿਆਂ ਦੇ ਰੂਪ ਦੇ ਵਿੱਚ, ਤੇ ਉਹਦਾ ਰਾਜ ਵੀ ਜਿਹੜਾ ਉਹ ਬੜਾ ਥੋੜਾ ਚਿਰ ਰਿਹਾ, 40-50 ਸਾਲ ਇੰਨਾ ਕੁਝ ਵੀ ਨਹੀਂ ਹੁੰਦੇ। ਤੇ ਉਸ ਸਮੇਂ ਤੋਂ ਬਾਅਦ ਜਦੋਂ ਫਿਰ ਅੰਗਰੇਜ਼ ਆਉਂਦੇ ਨੇ, ਤੇ ਨਾਲ ਦੀ ਨਾਲ ਹੀ ਜਿਹੜਾ ਆ ਸਾਡੇ ਅੰਦਰ ਉਹ ਸਾਰਾ ਹੀ ਬਾਹਮਣਵਾਦ ਜਿਹੜਾ ਸਾਡੇ ਵਿੱਚ, ਯਾਨੀ ਤੁਹਾਡੀ ਠੀਕ ਹੈ ਜਿਹੜਾ ਤੁਸੀਂ ਇਹ ਲੈ ਰਹੇ ਨਾ, ਆਪਾਂ ਵਿਲ ਬੀ ਟਾਕਿੰਗ ਮੋਰ ਅਬਾਊਟ ਇਨ ਦ ਸੈਕੰਡ ਸੈਸ਼ਨ ਇਸ ਨੂੰ, ਜੀ
ਮੇਰਾ ਮਤਲਬ ਜੀ ਵੀ ਜਿਹੜੇ ਇਹਨਾਂ ਤੋਂ ਇਹ ਲਹਿਰ ਚੱਲਣ ਤੋਂ ਪਹਿਲਾਂ, ਗੁਰੂ ਨਾਨਕ ਸਾਹਿਬ ਹਾਂਜੀ ਦੇ ਆਉਣ ਤੋਂ ਪਹਿਲਾਂ ਜਿਹੜੇ ਇਹ ਅਪਾਉ ਹੋ ਚੁੱਕੇ ਨੇ ਜਾਂ ਕਰੇ ਜਾ ਰਹੇ ਸੀਗੇ ਅਲੱਗ ਕੋਈ ਸਾਊਥ ਇੰਡੀਆ ਦੇ ਵਿੱਚ, ਕੋਈ ਬੰਗਾਲ ਦੇ ਵਿੱਚ, ਇਹ ਜਿਹੜੀਆਂ ਕੀਤੀਆਂ ਜਾ ਰਹੀ ਸੀ ਜਦੋਜਹਿਦ, ਉਹ ਸਿਰੇ ਨਹੀਂ ਚੜੀਆਂ ਹੈ ਜੀ। ਉਹਦਾ ਕਾਰਨ ਜਿਹੜਾ ਨਾ ਜੀ ਉਹ ਇਹ ਆ ਵੀ ਉਹ ਲੋਕ ਜਿਹੜੇ ਨੇ ਇੱਕ ਤੇ ਵਿਦਿਆ ਦਾ ਅਧਿਕਾਰ ਨਹੀਂ, ਬਾਬਾ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਰਵਿਦਾਸ ਜੀ, ਇਹਨਾਂ ਦਾ ਇੰਨੇ ਮਹਾਂਗਿਆਨੀ ਸੀਗੇ, ਇਹਨਾਂ ਨੇ ਜਾਤ ਪਾਤ ਦੇ ਵਿਰੁੱਧ ਵੀ, ਬ੍ਰਾਹਮਣ ਨੂੰ ਲਲਕਾਰਿਆ ਵੀ, ਸਾਰਾ ਕੁਝ ਕੀਤਾ। ਪਰ ਜਿਹੜੀ ਆਰਥਿਕ ਪੋਜੀਸ਼ਨ ਜਿਹੜੀ ਸਮਾਜਿਕ ਤੌਰ ਤੇ ਸੀਗੀ, ਉਹਨਾਂ ਤੋਂ ਬਾਅਦ ਉਹਨੇ ਕਾਮਯਾਬ, ਉਹਨਾਂ ਦੇ ਫਾਲੋਅਰ ਨਹੀਂ ਨਿਕਲੇ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਸੀਗੀ ਉਹ ਫਿਰ ਉਸੇ ਰੌਲੇ ਗੌਲੇ ਦੇ ਵਿੱਚ ਹੀ ਦੱਬੀ ਗਈ। ਤੇ ਕਿਉਂਕਿ ਜਦੋਂ ਤੱਕ ਬੰਦਾ ਆਪਣੇ ਆਪ ਨੂੰ ਖੁਦ ਆਜ਼ਾਦ ਮਹਿਸੂਸ ਨਹੀਂ ਕਰਦਾ ਜਾਂ ਆਪ ਹੀਲਾ ਨਹੀਂ ਕਰਦਾ ਤੇ ਉਹਨੂੰ ਇੱਕ ਅੱਧਾ ਬੰਦਾ ਜਿਹੜਾ ਉਹ ਨਹੀਂ ਬਚਾ ਸਕਦਾ। ਠੀਕ ਹੈ, ਤੁਹਾਡਾ ਗੁੱਡ ਪੁਆਇੰਟ। ਤੇ ਇਸੇ ਤਰ੍ਹਾਂ ਦੇਖੋ ਨਾ, ਜਿਵੇਂ ਜਿਹੜੀ ਹੈਗੀ ਆ ਇੱਕ ਬੰਦੇ ਦੀ ਜਦੋਜਹਿਦ ਜਿਹੜੀ ਹੈ ਉਹ ਸਿਰਫ ਉਨੀ ਕੀ ਹੋ ਸਕਦੀ ਹੈ, ਕਿਉਂਕਿ ਜਮਾਤ ਕਰਾਮਾਤ ਹੈ। ਪਰ ਜਿੰਨਾ ਚਿਰ ਜਮਾਤ ਨਹੀਂ ਪੈਦਾ ਕੀਤੀ ਜਾਂਦੀ ਜਿਹੜੀ ਇਹ ਰਲ ਕੇ ਵਿਰੋਧਤਾ ਕਰ ਸਕੇ ਇਹਨਾਂ ਚੀਜ਼ਾਂ ਦੀ, ਤੇ ਕਾਮਯਾਬੀ ਹੋਣੀ ਮੁਸ਼ਕਲ ਹੋ ਜਾਂਦੀ ਹੈ। ਤੇ ਜਿਵੇਂ ਹੁਣ ਕਬੀਰ ਜੀ ਦੇ ਬਾਅਦ ਉਹਨਾਂ ਦਾ ਕੌਣ ਸੀ, ਧਰਮਚੰਦ ਸੀਗਾ, ਕੌਣ ਸੀ ਬੰਦਾ ਜਿਹੜਾ ਉਹਨਾਂ ਤੋਂ ਬਾਅਦ ਚ ਲੀਡਰ ਬਣਿਆ? ਨਹੀਂ, ਉਹਨਾਂ ਦੇ ਮੈਂ ਕਿਤੇ ਪੜ੍ਹਿਆ ਨੀ ਗਾ ਵੀ ਕਬੀਰ ਜੀ ਨੇ ਆਪਣੇ ਤੋਂ ਬਾਅਦ ਆਪਣੀ ਕੋਈ ਗੱਦੀ ਦਿੱਤੀ ਆ ਤੇ ਓਦਾਂ ਉਹਨਾਂ ਦੇ ਅੱਗੋਂ ਚੱਲਦਾ ਤੇ ਰਿਹਾ ਹੀ ਆ ਸਿਲਸਿਲਾ। ਪਰ ਮੈਂ ਇਹ ਨਹੀਂ ਸੁਣਿਆ ਵੀ ਕਬੀਰ ਜੀ ਨੇ ਆਪਣੇ ਤੋਂ ਬਾਅਦ ਕਿਸੇ ਨੂੰ ਗੱਦੀ ਦਿੱਤੀ ਹੈ, ਤੇ ਗੁਰੂ ਸਾਹਿਬ ਜੀ ਨੇ ਹੀ ਕੀਤਾ ਸੀ ਉਦਮ। ਤੇ ਜਿਹੜਾ ਆਪ ਜੀ ਨੇ ਪੁਆਇੰਟ ਉਠਾਇਆ ਉਹਦਾ ਇੱਕ ਵੱਡਾ ਕਾਰਨ ਇਹ ਵੀ ਆ ਕਿ ਜੇ ਕਬੀਰ ਜੀ ਆ ਤੇ ਉਹ ਆਪਣੇ ਥਾਂ ਤੇ ਯਤਨ ਕਰਦੇ ਰਹੇ, ਭਗਤ ਰਵਿਦਾਸ ਜੀ ਆਪਣੇ ਥਾਂ ਤੇ ਕਰਦੇ ਰਹੇ। ਉਹਨਾਂ ਨੇ ਇਹ ਸਾਂਝੇ ਰੂਪ ਦੇ ਵਿੱਚ ਹੰਭਲਾ ਜਿਹੜਾ ਮਾਰਨ ਵਾਲੀ ਗੱਲ ਸੀ ਉਹ ਵੀ ਨਹੀਂ ਹੋਈ। ਇਹ ਗੱਲ ਬੜੀ ਇੰਪੋਰਟੈਂਟ ਆ। ਹਾਂਜੀ, ਤੇ ਨਾਲ ਫਿਰ ਇਹ ਵੀ ਆ ਜਿਹੜੇ ਉਹਨਾਂ ਦੇ ਪੈਰੋਕਾਰ ਸੀ, ਉਹਨਾਂ ਨੇ ਜਿਵੇਂ ਹੁਣ ਕਬੀਰ ਜੀ ਨਿਰਗੁਣ ਨਿਰੰਕਾਰ ਦੀ ਪੂਜਾ ਕਰਦੇ ਸੀ, ਪਰ ਉਹ ਬੁੱਤ ਬਣਾਈ ਫਿਰਦੇ ਆ ਹਾਂਜੀ, ਜਾਂ ਤਸਵੀਰਾਂ ਬਣਾਈ ਫਿਰਦੇ ਨੇ ਉਹਨਾਂ ਦੀਆਂ, ਜਾਂ ਉਹਨਾਂ ਨੂੰ ਹੋਰ ਆਰਤੀਆਂ ਵਗੈਰਾ ਹਿੰਦੂ ਤਰੀਕੇ ਦੇ ਨਾਲ ਹੀ ਕਰੀ ਜਾਂਦੇ ਆ ਉਹਨਾਂ ਨੂੰ। ਪਰ ਜਿਹੜੇ ਮੰਨ ਲਓ ਉਹਨਾਂ ਨੇ ਆਪਣੀ ਬਾਣੀ ਦੱਸੀ ਸੀ, ਜਿਹੜੇ ਵਿਚਾਰ ਦੱਸੇ ਸੀ, ਉਹ ਲੋਕਾਂ ਨੇ ਪਿੱਛੇ ਛੱਡਤੇ। ਬਸ ਕਬੀਰ ਜੀ ਦੇ ਸਰੀਰਕ ਤੌਰ ਤੇ ਜਾਂ ਹੋਰ ਇੱਧਰ ਉਧਰਲੀਆਂ ਚੀਜ਼ਾਂ ਉਹਨਾਂ ਦੇ ਵਿੱਚ ਪੈ ਗਈ। ਇਹਦੇ ਬਾਰੇ ਨਾ ਬਹੁਤ ਕੁਝ ਆ ਕਹਿਣ ਨੂੰ, ਪਰ ਮੈਂ ਸਮਝਦਾ ਕਿ ਡਾਕਟਰ ਸਾਹਿਬ ਜੀ ਦੇ ਵੀ ਵਿਚਾਰ ਲੈ ਲਓ ਆਪ ਜੀ। ਹਾਂਜੀ, ਡਾਕਟਰ ਕੁਲਵਿੰਦਰ ਸਿੰਘ ਆ ਗਏ? ਹਾਂਜੀ, ਉਹ ਬੜੇ ਚਿਰ ਦੇ ਆਏ ਹੋਏ ਆ, ਉਦੋਂ ਦੇ ਨਾਲ ਨੇ। ਉਹਨਾਂ ਦੇ ਦੇਖੀ ਨਹੀਂ ਰਹੀ ਪਿਕਚਰ। ਅੱਛਾ ਜੀ, ਮੈਂ ਤਾਂ ਹੀ ਸਮਝਦਾ ਸੀਗਾ ਵੀ ਆਪ ਜੀ ਨੂੰ ਸ਼ਾਇਦ ਪਤਾ ਨਹੀਂ ਲੱਗਿਆ। ਡਾਕਟਰ ਗੁਰਪ੍ਰੀਤ ਦੀ ਆਈ ਹੈ ਨਾ, ਇਹਨਾਂ ਦੀ ਡਾਕਟਰ ਸਾਹਿਬ ਦੀ ਆਈ ਹੈ। ਮੈਂ ਸਗੋਂ ਉਡੀਕ ਰਿਹਾ ਵੀ ਕਦੋਂ ਆਉਣਗੇ। ਅੱਛਾ ਡਾਕਟਰ ਸਾਹਿਬ, ਤੁਸੀਂ ਨਾ ਦੁਬਾਰਾ ਕੱਟ ਕੇ ਤੇ ਦੁਬਾਰਾ ਕਰੋ। ਤੇ ਹਾਂਜੀ, ਉਹਦੇ ਬਾਰੇ ਇਹ ਆਪ ਜੀ ਗੱਲ ਕਰ ਰਹੇ ਸੀਗੇ ਵੀ ਜਿਹੜਾ ਉਹ ਸਾਰਾ ਕੁਝ, ਹੁਣ ਵੇਖੋ ਗੁਰੂ ਸਾਹਿਬ ਜੀ ਨੇ ਤੇ ਬੜਾ ਲੰਬਾ ਸਮਾਂ ਲਾਇਆ, 239 ਸਾਲ ਬਣਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ। ਤੇ ਅੱਜ ਸਿੱਖਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਮੁੜ ਆ ਗਈਆਂ। ਮੂਰਤੀਆਂ ਦੀ ਪੂਜਾ, ਮੈਂ ਇੱਥੇ ਸਿੱਖਾਂ ਦੇ ਘਰਾਂ ਦੇ ਵਿੱਚ ਵੇਖਿਆ ਜੋਤਾਂ ਜਗਾਈਆਂ ਹੋਈਆਂ ਮੂਰਤਾਂ ਦੇ ਅੱਗੇ, ਗੁਰੂ ਸਾਹਿਬਾਂ ਦੀਆਂ ਜਿਹੜੀਆਂ ਕਲਪਤ ਫੋਟੋਆਂ ਨੇ ਉਹਨਾਂ ਦੇ ਅੱਗੇ, ਉਹਨਾਂ ਦੇ ਅੱਗੇ ਭੋਗ ਲਵਾਏ ਜਾਂਦੇ ਆ, ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਤੇ ਉਹ ਸਾਰਾ ਕੁਝ ਜਿਹੜਾ, ਕਿਉਂਕਿ ਬ੍ਰਾਹਮਣ ਦੀ ਸ਼ੈਤਾਨੀਅਤ ਹੀ ਇਹ ਆ ਕਿ ਉਹ ਜਿੱਦਾਂ ਹੁਣ ਮੂਰਤੀ ਪੂਜਾ ਦੇ ਵਿਰੁੱਧ ਮਹਾਤਮਾ ਬੁੱਧ ਨੇ ਕਿੰਨਾ ਯਤਨ ਕੀਤਾ ਸੀ ਤੇ ਸਫਲ ਵੀ ਹੋਇਆ ਸੀਗਾ। ਤੇ ਅੱਜ ਸਭ ਤੋਂ ਵੱਧ ਦੁਨੀਆ ਦੇ ਵਿੱਚ ਮੂਰਤਾਂ ਹੀ ਸ਼ਾਇਦ ਮਹਾਤਮਾ ਬੁੱਧ ਦੀਆਂ ਨੇ। ਇਹ ਵੀ ਗੱਲ ਠੀਕ ਹੈ ਤੁਹਾਡੀ। ਸੋ ਇਹਦਾ ਮਤਲਬ ਇਹ ਹੋਇਆ ਵੀ ਬਜਾਏ ਸ਼ਬਦ ਵਿਚਾਰ ਕਰਨ ਦੇ, ਜਿਵੇਂ ਕਿ ਮਹਾਰਾਜ ਨੇ ਕਿਹਾ ਗੁਰ ਸ਼ਬਦ ਜਿਹੜਾ ਉਹਦੀ ਵਿਚਾਰ ਕਰੋ, ਸਰੀਰ ਤੌਰ ਤੇ ਗੁਰੂ ਨਹੀਂ, ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ। ਬਿਲਕੁਲ, ਹਾਂਜੀ, ਇਹੀ ਕੋਸ਼ਿਸ਼ ਕੀਤੀ ਉਹ ਭਗਤਾਂ ਨੇ ਵੀ, ਪਰ ਕਿਸੇ ਨੇ ਸੁਣੀ ਨਹੀਂ ਹੈ। ਹਾਂਜੀ ਗੱਲ, ਹਾਂਜੀ। ਤੇ ਨਾ ਸੁਣਨ ਦੇ ਕਰਕੇ ਉਹਨਾਂ ਦੇ ਜਿਹੜੇ ਆ ਸ਼ਬਦ ਵੀ ਪੜ੍ਹ ਲੈਂਦੇ ਆ, ਉਹਨਾਂ ਦੇ ਹੋਰ ਸਾਰਾ ਕੁਝ ਹੁੰਦਾ ਰਹਿੰਦਾ, ਪਰ ਉਹਦੇ ਤੇ ਅਮਲ ਕੋਈ ਨਹੀਂ ਹੈ।
ਬਿਲਕੁਲ ਜੀ। ਉਹ ਹੁਣ ਦੇਖੋ ਨਾ, ਮੈਂ ਆਪਾਂ ਦੇਖਦੇ ਆਂ ਵੀ ਸ਼ਬਦ ਪੜਿਆ ਜਾ ਰਿਹਾ ਹੁੰਦਾ ਆਰਤੀ ਕਰਦਿਆਂ, ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ, ਤੇ ਦੀਵੇ ਆਟੇ ਦੇ ਬਣਾ ਕੇ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਿਹੰਗ ਆਰਤੀਆਂ ਕਰਦੇ ਆ। ਕਿੰਨੀ ਨੌਨਸੈਂਸ ਹੈ। ਹਾਂਜੀ, ਕਿੰਨੀ ਹਾਂ ਜਾਣੀ ਉਹ ਨੌਨਸੈਂਸ ਹੈ। ਉਹੀ ਹਾਲ ਅਸੀਂ ਉਸੇ ਦੇ ਵਿੱਚ ਹੀ ਪੈ ਰਹੇ ਹਾਂ। ਜੀ ਜਿਹੜੀਆਂ ਚੀਜ਼ਾਂ ਕਰਕੇ ਉਹਨਾਂ ਨੇ ਤਰੱਕੀ ਨਹੀਂ ਕੀਤੀ, ਉਹਨਾਂ ਦੇ ਜੀ ਸੇਵਕਾਂ ਨੇ, ਭਗਤ ਕਬੀਰ ਜੀ ਦੇ, ਨਾਮਦੇਵ ਜੀ, ਉਹਨਾਂ ਦੇ ਨੇ ਕੀਤੇ, ਉਹਨਾਂ ਦੇ ਵਿੱਚ ਹੀ ਅਸੀਂ ਪੈ ਰਹੇ ਹਾਂ। ਇਹਦੇ 'ਚ ਕੋਈ ਬਿਲਕੁਲ। ਸ਼ੱਕ ਨਹੀਂ ਕਿ ਵੀ ਜਾਤ ਪਾਤ ਦਾ ਜਿਹੜਾ ਲੂੰਬਾ, ਜਿਹੜੀ ਅੱਗ ਹੈ, ਉਹ ਹਾਂਜੀ ਵਾਮਣਾ ਨੇ ਲਾਈ, ਪਰ ਉਹ ਹਾਂਜੀ ਅੱਗ ਨੂੰ ਨਾ ਗਾਂਹ ਵਧਾਉਣ ਦੇ ਵਿੱਚ ਜਾਤਾਂ ਵਾਲੇ ਲੋਕਾਂ ਨੇ ਕੀਤੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਖਾਲਸਾ ਵਾਹਿਗੁਰੂ ਜੀ। ਡਾਕਟਰ ਕੁਲਵਿੰਦਰ ਸਿੰਘ ਜੀ, ਬੜੀ ਖੁਸ਼ੀ ਦੀ ਗੱਲ ਹੈ, ਤੁਸੀਂ ਦਰਸ਼ਨ ਦਿੱਤੇ। ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੁਸੀਂ ਆਏ, ਜੁਆਇਨ ਕਰ ਲਿਆ। ਸੋ ਉਹਨਾਂ ਦੀ ਜਿਹੜੀ ਆ ਚਿਲਗੀ, ਜਿਹੜੀ ਆ ਸੀਖ ਉਹਨਾਂ ਨੇ ਲਾਈ ਆ ਪੰਡਤਾਂ ਨੇ, ਪਰ ਉਹ ਸੀਖ ਨੂੰ ਗਾਂਹ ਕਾਮਯਾਬ ਜਿਹੜਾ ਕਰ ਰਹੇ ਆ ਉਹ ਲੋਕ ਆਪ, ਜਿਹੜੇ ਜਾਤ ਪਾਤ ਸਫਰ ਕਰ ਰਹੇ ਆ, ਉਹੀ ਕਰ ਰਹੇ ਨੇ ਉਹਨਾਂ ਚੀਜ਼ਾਂ ਨੂੰ, ਕਿਉਂਕਿ ਉਹ ਆਪਸ ਵਿੱਚ ਹੀ ਮਿਲ ਜੁਲ ਕੇ ਨਹੀਂ ਰਹਿੰਦੇ। ਅੱਛਾ ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਅਸੀਂ ਇਹ ਵਿਚਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜਾ ਸੀਗਾ ਜਾਤ ਪਾਤ ਦਾ ਚੱਕਰ ਕਿਵੇਂ ਹੋਇਆ। ਇੱਕ ਤਾਂ ਆਰੀਅਨ ਲੋਕਾਂ ਦੀ ਥਿਊਰੀ ਹੈ, ਇੱਕ ਇਹ ਸਮਝਦੇ ਕਿ ਬੜਾ ਵੱਡਾ ਰੂਪ ਧਾਰਨ ਕੀਤਾ ਬ੍ਰਹਮਾ ਦੇ ਮੂੰਹ ਦੇ ਵਿੱਚੋਂ ਨਿਕਲੇ, ਸਿਰ ਦੇ ਵਿੱਚੋਂ ਨਿਕਲੇ ਜਿਹੜੇ ਸੀ ਪੰਡਤ ਸੀ, ਇਸ ਤਰ੍ਹਾਂ ਦੀਆਂ ਗੱਲਾਂ। ਤੁਸੀਂ ਵਿਚਾਰ ਆਪਣੇ ਦੱਸੋ, ਕੀ ਖਿਆਲ ਹੈ ਤੁਹਾਡੇ 'ਚ? ਆਵਾਜ਼ ਨਹੀਂ ਆ ਰਹੀ ਤੁਹਾਡੀ ਡਾਕਟਰ ਸਾਹਿਬ, ਆਵਾਜ਼ ਨਹੀਂ ਆ ਰਹੀ ਆਪ ਜੀ ਦੀ। ਡਾਕਟਰ ਸਾਹਿਬ, ਆਵਾਜ਼ ਨਹੀਂ ਆ ਰਹੀ ਤੁਹਾਡੀ। ਤੁਹਾਡਾ ਚੱਲ ਨਹੀਂ ਰਿਹਾ ਕੰਮ ਹੈ, ਇਹਦਾ ਮਤਲਬ ਫਿਰ ਦੁਬਾਰਾ ਕੌਣ ਇਹ? ਹੈਲੋ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਇੱਕ ਵਾਰੀ ਫਿਰ ਐ ਹੋਰ ਕੋਸ਼ਿਸ਼ ਕਰੋ, ਜਾਓ ਦੁਬਾਰਾ, ਫਿਰ ਮੁੜ ਕੇ ਸ਼ੁਰੂ ਕਰੋ, ਜਾ ਕੇ ਨਾ ਕੈਂਸਲ ਕਰਕੇ ਇਹਨੂੰ ਦੁਬਾਰਾ ਆਓ ਫਿਰ। ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਹੈ ਜੀ। ਹਾਂਜੀ, ਨਹੀਂ ਸੀ ਆ ਰਹੀ। ਸੋ ਇਹ ਜਿਹੜੀਆਂ ਚੀਜ਼ਾਂ ਜੀ, ਇਹਨਾਂ ਤੋਂ ਸਾਨੂੰ ਸਬਕ ਤਾਂ ਹੀ ਗਾਂਹ ਚੱਲਾਂਗੇ, ਤਾਂ ਹੀ ਅਸੀਂ ਗੁਰੂ ਨਾਨਕ ਸਾਹਿਬ ਦੀ ਅਪਰੀਸ਼ੀਏਟ ਕਰ ਸਕਦੇ ਹਾਂ ਦੇਣ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰਾਂਗੇ ਕਿ ਵੀ ਕੀ ਹੋਇਆ ਉਹਨਾਂ ਤੋਂ ਪਹਿਲਾਂ, ਕਿਉਂ ਨਹੀਂ ਕਾਮਯਾਬੀ ਹੋਈ। ਤੇ ਡਾਕਟਰ ਸਾਹਿਬ ਜੀ, ਬ੍ਰਾਹਮਣ ਦੀ ਚਲਾਕੀ ਇਹ ਆ ਕਿ ਉਹਨੇ ਇਹੋ ਜਿਹਾ ਜਾਲ ਫਸਾਇਆ ਵੀ ਆਪ ਬਣ ਗਿਆ ਉੱਪਰ, ਤੇ ਉਹਨੇ ਜਿਹੜੇ ਬਾਕੀ ਦੀਆਂ ਸ਼੍ਰੇਣੀਆਂ ਸੀ ਉਹਨਾਂ ਨੂੰ ਇੱਕ ਤੋਂ ਥੱਲੇ ਦੂਸਰਾ, ਦੂਸਰੇ ਤੋਂ ਥੱਲੇ ਤੀਸਰਾ। ਹੁਣ ਜਿਹੜੇ ਜੱਟ ਲੋਕ ਆ, ਇਹ ਵੀ ਸ਼ੂਦਰਾਂ ਦੀ ਗਿਣਤੀ ਚ ਆਉਂਦੇ ਆ ਬ੍ਰਾਹਮਣ ਦੀ ਵਰਣ ਵੰਡ ਦੇ ਹਿਸਾਬ ਦੇ ਨਾਲ। ਪਰ ਜੱਟ ਦੇ ਥੱਲੇ ਇਹਨੇ ਹੁਣ ਕਹਿਣ ਨੂੰ ਜੀ ਨੀਗਾ ਕਰਦਾ ਵੀ ਜਿਹੜੀਆਂ ਹੋਰ ਦਲਿਤ ਸ਼੍ਰੇਣੀਆਂ ਨੇ ਉਹਨਾਂ ਨੂੰ ਇਹ ਜਾਤੀ, ਜੇ ਬ੍ਰਾਹਮਣ ਦਾ ਜੂਲਾ ਲਾਉਣਾ ਹੋ ਗਿਆ ਤੇ ਕੁਦਰਤੀ ਤੌਰ ਤੇ ਆਪੀ ਥੱਲੇ ਵਾਲੀਆਂ ਜਿਹੜੀਆਂ ਉਹਨਾਂ ਨੂੰ ਆਜ਼ਾਦੀ ਦੇਣੀ ਪਊਗੀ। ਹਾਂਜੀ, ਤੇ ਕੋਈ ਵੀ ਨਹੀਂ ਤਿਆਰ। ਆਗੇ ਆਵਾਜ਼, ਹੈਲੋ ਆ ਰਹੀ ਆਵਾਜ਼ ਮੇਰੀ ਜੀ? ਆਵਾਜ਼ ਸ਼ੁਰੂ ਹੋ ਗਈ। ਵੈਰੀ ਗੁੱਡ। ਹਾਂਜੀ ਸੌਰੀ। ਹਾਂਜੀ, ਹੁਣ ਕਰੋ ਗੱਲ ਤੁਸੀਂ ਆਪਣੀ। ਹਾਂਜੀ ਸਰ, ਅਸੀਂ ਹਾਂਜੀ ਗਿਆਨੀ ਜੀ ਪੂਰੀ ਗੱਲ ਕਰੋ ਆਪਣੀ। ਕਰ ਲਓ ਗੱਲ ਗਿਆਨੀ ਜੀ, ਪੂਰੀ ਕਰ ਲਓ ਗੱਲ। ਤੇ ਉਹ ਇਸੇ ਕਰਕੇ ਵੀ ਜਿਹੜਾ ਉਹ ਉੱਪਰ ਬੈਠਾ ਸ਼ੈਤਾਨ, ਉਹਦੇ ਹੱਥ 'ਚ ਡੋਰਾਂ ਨੇ, ਪੁਤਲੀਆਂ ਵਾਂਗੂ ਨਚਾਉਂਦੇ ਆ ਵੀ ਕੋਈ ਵੀ ਛੱਡਣ ਨੂੰ ਤਿਆਰ ਨਹੀਂ ਆ। ਜੇ ਥੱਲੇ ਵਾਲੀਆਂ ਜਾਤੀਆਂ ਤੇ ਉਹਨਾਂ ਦੇ ਅੱਗੇ, ਹੋਰ ਅਮਰਾਸੀਆਂ ਦੇ ਅੱਗੇ ਉਹਨਾਂ ਦੇ ਡੂਮ ਬੈਠੇ ਨੇ। ਹਾਂ, ਸਹੀ ਗੱਲ ਹੈ। ਤੇ ਹਾਂਜੀ ਡਾਕਟਰ ਸਾਹਿਬ ਜੀ ਕੋਲ ਕਰੋ। ਹਾਂਜੀ ਸਰ, ਗੁਰੂ ਨਾਨਕ ਸਾਹਿਬ ਤੋਂ ਪਿਛਲੇ ਇਤਿਹਾਸ ਅਸੀਂ ਜਾਣਾ ਹੈ ਤੇ ਸਭ ਤੋਂ ਪਹਿਲਾਂ ਯੁੱਗਾਂ ਤੋਂ ਸ਼ੁਰੂ ਕਰ ਲੈਂਦੇ ਹਾਂ। ਅੱਛਾ ਜੀ। ਯੁੱਗਾਂ ਤੋਂ ਜਦੋਂ ਆਪਾਂ ਦੇਖਦੇ ਹਾਂ, ਸਤਯੁਗ ਤੋਂ ਬਾਅਦ ਤ੍ਰੇਤੇ ਵਿੱਚ ਰਾਮ ਜੀ ਆਏ, ਤੇ ਰਾਮਚੰਦਰ ਜੀ ਦੇ ਇਤਿਹਾਸ ਦੇ ਵਿੱਚ ਭੀਲਨੀ ਦਾ ਨਾਂ ਬੜਾ ਮਸ਼ਹੂਰ ਹੈ। ਹਾਂਜੀ, ਭੀਲਨੀ ਦੇ ਬੇਰ ਖਾਦੇ ਸ਼੍ਰੀ ਰਾਮ ਨੇ। ਇਹ ਸਾਨੂੰ ਮੈਸੇਜ ਦਿੰਦਾ ਹੈ ਕਿ ਜਿਹੜੇ ਪ੍ਰੋਫੈਟ ਹੋਏ ਨੇ, ਸਪਿਰਿਚੁਅਲ ਗੁਰੂ ਹੋਏ ਨੇ, ਉਹ ਜਾਤ ਪਾਤ ਦੇ ਵਿੱਚ ਜ਼ਿਆਦਾ ਵਿਸ਼ਵਾਸ ਨਹੀਂ ਸੀ ਕਰਦੇ। ਜੇ ਵਿਸ਼ਵਾਸ ਕਰਦੇ ਹੋਣ ਤੇ ਭੀਲਨੀ ਦੇ ਬੇਰਾਂ ਦਾ ਇਤਿਹਾਸ ਦੇ ਵਿੱਚ ਇੰਨਾ ਪ੍ਰੋਮੀਨੈਂਟ ਨਾਂ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਕ੍ਰਿਸ਼ਨ ਜੀ ਮਹਾਰਾਜ ਆਏ। ਕ੍ਰਿਸ਼ਨ ਜੀ ਮਹਾਰਾਜ ਆਏ ਤੇ ਕ੍ਰਿਸ਼ਨ ਜੀ ਮਹਾਰਾਜ ਦੇ ਵੇਲੇ ਸੁਦਾਮੇ ਦਾ ਨਾਮ ਬੜਾ ਮਸ਼ਹੂਰ ਹੈ। ਆਪਣਾ ਬਿਦਰ ਜੀ ਦਾ ਨਾਮ ਬਹੁਤ ਮਸ਼ਹੂਰ ਹੈ। ਹਾਂਜੀ, ਮਹਾਭਾਰਤ ਸਾਰਿਆਂ ਨੇ
ਟੀਵੀ ਤੇ ਦੇਖੀ ਹੈ, ਤੇ ਹਾਂਜੀ ਉਹ ਗੁਰਬਾਣੀ ਚ ਲਾਈਨ ਆਉਂਦੀ ਹੈ ਸਪੈਸ਼ਲੀ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਹਾਂਜੀ ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ, ਪੁਰਾਣੇ ਇਤਿਹਾਸ ਦਾ, ਕ੍ਰਿਸ਼ਨ ਜੀ ਮਹਾਰਾਜ ਦੇ ਟਾਈਮ ਦਾ ਹਵਾਲਾ ਦੇ ਕੇ, ਕਿ ਹਾਂਜੀ ਨੀਵੀਂ ਜਾਤ ਨੇ, ਜੋ ਲੋਕੀ ਨੀਵੀਂ ਜਾਤ ਕਹਿੰਦੇ ਸਨ, ਉਹਨੇ ਹਰੀ ਦਾ ਨਾਮ ਜਪ ਕੇ ਉੱਤਮ ਪਦਵੀ ਪ੍ਰਾਪਤ ਕੀਤੀ। ਰਾਈਟ। ਉਦਾਹਰਨ ਕੀ ਹੈ? ਪੁੱਛੋ ਬਿਦਰ ਦਾਸੀ ਸੁਤੈ। ਹਾਂਜੀ ਕਹਿੰਦੇ ਦਾਸੀ ਦਾ ਪੁੱਤਰ ਜਿਹੜਾ ਬਿਦਰ ਸੀ, ਉਹਦੇ ਕੋਲ ਜਾ ਕੇ ਪੁੱਛੋ, ਕ੍ਰਿਸ਼ਨ ਉਤਰਿਆ ਘਰ ਜਿਸ ਜਾਏ। ਯੈਸ। ਹੁਣ ਇਹਦਾ ਪੂਰਾ ਇਤਿਹਾਸ ਜਿਹੜਾ ਹੈ, ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਲਿਖਿਆ ਹੈ। ਭਾਈ ਗੁਰਦਾਸ ਜੀ ਦੀ ਵਾਰ ਚ ਸਾਰਾ ਨਾ ਇਤਿਹਾਸ ਲਿਖਦੇ ਨੇ। ਹਾਂਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਕਹਿੰਦੇ ਦੁਰਯੋਧਨ ਨੂੰ ਜਦੋਂ ਖਬਰ ਮਿਲੀ ਕਿ ਉਹ ਵੇਟ ਕਰ ਰਹੇ ਸੀ ਕ੍ਰਿਸ਼ਨ ਜੀ ਮਹਾਰਾਜ ਨੇ ਜਦੋਂ ਆਣਾ ਸੀ ਉੱਥੇ ਹਸਤਨਾਪੁਰ ਦੇ ਵਿੱਚ, ਤੇ ਉਹ ਸਾਰੇ ਵੇਟ ਕਰ ਰਹੇ ਸਨ, ਤੇ ਪਤਾ ਲੱਗ ਗਿਆ ਵੀ ਕ੍ਰਿਸ਼ਨ ਜੀ ਮਹਾਰਾਜ ਰਾਜ ਭਾਗ ਦੀ ਥਾਂ ਤੇ ਬਿਦਰ ਦੇ ਘਰ ਚਲੇ ਗਏ ਨੇ। ਦੁਰਯੋਧਨ ਰਾਜਾ ਸੀ, ਬਿਦਰ ਉਹਦਾ ਨੌਕਰ ਸੀ, ਤੇ ਉਹਨੂੰ ਬੜਾ ਗੁੱਸਾ ਚੜਿਆ। ਗੁੱਸਾ ਬਿਦਰ ਤੇ ਕੀ ਚੜਨਾ, ਕ੍ਰਿਸ਼ਨ ਜੀ ਮਹਾਰਾਜ ਤੇ ਵੀ ਨਾਰਾਜ਼ ਹੈ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਬੜਾ ਰੁੱਖੇਪਨ ਦੇ ਨਾਲ, ਬੜੀ ਸ਼ਿਕਾਇਤੇ ਵੇ ਨਾਲ ਕਹਿੰਦਾ ਪਿਆ, ਇਹ ਕੀ ਗੱਲ ਹੋਈ? ਘਰ ਸਾਡੇ ਛੱਡ ਕੇ। ਉਹ ਕਹਿੰਦਾ ਮੈਂ ਰਾਜਾ, ਮੈਂ ਰਾਜ ਭਾਗ ਦਾ ਮਾਲਕ, ਗੋਲੇ ਦੇ ਘਰ ਜਾਏ ਕਿ ਸੁੱਖਾ? ਇਹਨੂੰ ਮੇਰੇ ਰਾਜਮਾਲ ਦੇ ਵਿੱਚ ਸੁੱਖ ਨਹੀਂ ਲੱਭਿਆ, ਗੋਲੇ ਦੇ ਘਰ ਚ ਸੁੱਖ ਮਹਿਸੂਸ ਕੀਤਾ। ਯੈਸ। ਫਿਰ ਦੁਰਯੋਧਨ ਕਹਿੰਦਾ ਹੈ ਵੀ ਮੈਂ ਤੇ ਰਾਜਾ ਵਾਂ, ਪਰ ਮੇਰੇ ਕੋਲ ਏਡੇ ਏਡੇ ਵੱਡੇ ਹੋਰ ਅਹਿਲਕਾਰ ਨੇ, ਭੀਖਮ, ਦਰੋਣਾ, ਕਰਨ ਤੱਚ। ਉਹ ਕਹਿੰਦਾ ਮੈਂ ਤੇ ਚਲੋ ਮਾੜਾ ਹੋ ਸਕਦਾ ਵਾਂ, ਤੇ ਪਰ ਇੱਥੇ ਤੇ ਭੀਸ਼ਮ ਪਿਤਾਮਾ ਐਡਾ ਵੱਡਾ ਮਹਾਂਪੁਰਖ, ਦਰੋਣਾਚਾਰਿਆ, ਗੁਰੂ ਦਰੋਣਾਚਾਰਿਆ, ਕਰਨ ਐਡਾ ਵੱਡਾ ਮਹਾਰਥੀ ਤੀਰਅੰਦਾਜ਼, ਭੀਖਮ, ਦਰੋਣਾ, ਕਰਨ ਤੱਜ, ਸਭਾ ਸਿਗਾਰ ਵੱਡੇ ਮਾਨੁਖਾ। ਉਹ ਕਹਿੰਦਾ ਮੇਰੀ ਸਭਾ ਚ ਸਭ ਤੋਂ ਵੱਡੇ ਜਿਹੜੇ ਦੁਨੀਆ ਦੇ ਮਹਾਂਪੁਰਖ ਨੇ, ਸਾਰੇ ਮੇਰੀ ਸਭਾ ਚ ਨੇ। ਇਹ ਸਾਰਿਆਂ ਨੂੰ ਛੱਡ ਕੇ ਝੁੱਗੀ ਜਾਏ ਵਲਾਇਣ, ਤੇ ਝੁੱਗੀ ਚ ਜਾ ਕੇ ਬਹਿ ਗਿਆ। ਤੇ ਸਭਨਾ ਜੇ ਦੇ ਜੀ ਅੰਦਰ ਦੁੱਖਾ। ਦੁਰਯੋਧਨ ਕਹਿੰਦਾ ਕੱਲਾ ਮੈਨੂੰ ਦੁੱਖ ਨਹੀਂ ਹੋਇਆ, ਜਿਹੜੇ ਗੁਰੂ ਦਰੋਣਾਚਾਰਿਆ ਹੈ, ਭੀਖਮ ਪਿਤਾਮਾ ਹੈ, ਕਰਨ ਹੈ, ਤੇ ਹੋਰ ਜਿੰਨੇ ਵੀ ਮਹਾਰਥੀ ਨੇ ਨਾ ਸਾਰੇ, ਉਹ ਸਾਰੇ ਬੜੇ ਦੁਖੀ ਹੋਏ ਨੇ। ਯੈਸ। ਫਿਰ ਸਾਨੂੰ ਸਾਰਿਆਂ ਨੂੰ ਪਿੱਛੇ ਸੁੱਟਦਾ। ਉਸ ਤੋਂ ਅੱਗੇ ਕਲੀਅਰ ਕੀਤਾ ਹੈ, ਭੀਖਮ ਦਰੋਣਾ ਕਰਨ ਤਜ, ਸਭਾ ਸਿਗਾਰ ਵੱਡੇ ਮਾਨੁਖਾ, ਝੁੱਗੀ ਜਾਏ ਵਲਾਇਨ, ਸਭਨਾ ਦੇ ਜੀ ਅੰਦਰ ਦੁੱਖਾ। ਸਾਰੇ ਦੁਖੀ ਨੇ। ਹੁਣ ਕਹਿੰਦੇ ਜਦੋਂ ਕ੍ਰਿਸ਼ਨ ਜੀ ਮਹਾਰਾਜ ਨੂੰ ਸੁਨੇਹਾ ਪਹੁੰਚਿਆ ਵੀ ਇਸ ਤਰ੍ਹਾਂ ਕਹਿੰਦਾ, ਮੇਲ ਤੇ ਬਾਅਦ ਚ ਹੋਣਾ ਹੀ ਸੀ, ਲੈਣ ਚਲੇ ਗਏ, ਤੇ ਹੱਸ ਬੋਲੇ ਭਗਵਾਨ ਜੀ। ਮੇਰਾ ਮੈਸੇਜ ਮੇਰਾ ਇਹ ਹੈ ਵੀ ਗੁਰੂਆਂ ਨੇ, ਮਹਾਂਪੁਰਖਾਂ ਨੇ, ਪ੍ਰੋਫਿਟਸ ਨੇ ਡਿਫਰੈਂਸ਼ੀਏਸ਼ਨ ਨਹੀਂ ਕੀਤੀ। ਇਹ ਡਿਫਰੈਂਸ਼ੀਏਸ਼ਨ ਬਾਅਦ ਦੇ ਵਿੱਚ ਕਿਸੇ ਨੇ ਸ਼ਰਾਰਤ ਨਾਲ ਪਾਈ ਹੈ। ਕਿਉਂ? ਹੱਸ ਬੋਲੇ ਭਗਵਾਨ ਜੀ, ਸੁਨਿਓ ਰਾਜਾ ਹੋਏ ਸਨਮੁਖਾ। ਕਹਿੰਦੇ ਭਗਵਾਨ ਹੱਸਣ ਲੱਗ ਪਏ। ਕਹਿੰਦੇ ਰਾਜਾ ਤੂੰ ਮੇਰੇ ਨਾਲ ਨਾਰਾਜ਼ ਹੁੰਦਾ, ਪਰ ਮੇਰੀ ਗੱਲ ਸੁਣ ਲੈ ਧਿਆਨ ਨਾਲ। ਅਸਲੀ ਮਸਲਾ ਕੀ ਹੈ? ਕਹਿੰਦੇ ਮਸਲਾ ਇਹ ਹੈ, ਤੇਰੇ ਭਾਉ ਨਾ ਦਿਸਈ। ਦੁਰਯੋਧਨ, ਤੇਰੇ ਅੰਦਰ ਪਿਆਰ ਨਹੀਂ ਹੈਗਾ, ਤੇ ਮੈਂ ਪਿਆਰ ਤੋਂ ਬਿਨਾਂ ਕਿਸੇ ਕੋਲ ਜਾਂਦਾ ਨਹੀਂ। ਕਿਉਂ? ਮੈਨੂੰ ਕਿਸੇ ਦੀ ਹੋਰ ਚੀਜ਼ ਦੀ ਲੋੜ ਹੀ ਨਹੀਂ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਬਦਾ ਦੁੱਖਾ। ਕਹਿ ਲਗੇ ਤੇਰੇ ਕੋਲ ਤੇ ਲੋਕੀ ਦੁਖੀ ਆਉਂਦੇ ਨੇ, ਜਿਨ੍ਹਾਂ ਨੂੰ ਕੋਈ ਮੁਸ਼ਕਲ ਬਣੀ ਹੈ, ਕੋਈ ਪੋਲੀਟੀਕਲ ਪ੍ਰੋਬਲਮ ਬਣ ਗਈ, ਕੋਈ ਫਾਈਨੈਂਸ਼ੀਅਲ ਪ੍ਰੋਬਲਮ ਬਣ ਗਈ, ਤੇਰੇ ਕੋਲ ਤੇ ਉਹ ਵਿਚਾਰੇ ਆਉਂਦੇ ਨੇ ਦੁਖੀ ਲੋਕ, ਤੇ ਮੈਨੂੰ ਨਾ ਕੋਈ ਅਬਦਾ ਹੈ ਤੇ ਨਾ ਕੋਈ ਦੁੱਖ ਹੈ। ਸੋ ਤੇਰਾ ਮੇਰਾ ਮੇਲ ਨਹੀਂ ਬਣਦਾ, ਤੇਰੇ ਚ ਪਿਆਰ ਨਹੀਂ, ਮੈਂ ਪਿਆਰ ਤੋਂ ਬਿਨਾਂ ਕਿਧਰੇ ਨਹੀਂ ਜਾਂਦਾ। ਤੇ ਜਿਹੜੇ ਤੇਰੇ ਕੋਲ ਆਉਂਦੇ ਨੇ ਦੁੱਖ ਦੇ ਮਾਰੇ ਆਉਂਦੇ ਨੇ, ਤੇ ਮੈਨੂੰ ਦੁੱਖ ਕੋਈ ਨਹੀਂ, ਤੇਰਾ ਮੇਰਾ ਮੇਲ ਹੀ ਕੋਈ ਨਹੀਂ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਬਦਾ ਦੁੱਖਾ। ਅੱਗੋਂ ਕਹਿੰਦੇ ਨੇ ਫਿਰ ਸੁਣ ਮੈਂ ਬਿਦਰ ਵੱਲ ਕਿਉਂ ਗਿਆ। ਭਾਉ ਜਿਵੇਹਾ ਬਿਦਰ ਦੇ, ਕਹਿੰਦੇ ਜਿਹੋ ਜਿਹਾ ਪਿਆਰ ਬਿਦਰ ਦੇ ਅੰਦਰ ਹੈ ਨਾ, ਤੂੰ ਜਿੰਨੇ ਮਰਜ਼ੀ ਭੀਸ਼ਮ ਪਿਤਾਮਾ ਗਨਾ ਦੇ, ਕਰਨ ਗਨਾ ਦੇ, ਗੁਰੂ ਦਰੋਣਾਚਾਰਿਆ ਗਨਾ ਦੇ, ਪਰ ਕਹਿਣ ਲੱਗੇ ਜਿਹੋ ਜਿਹਾ ਬਿਦਰ ਦੇ ਅੰਦਰ ਪ੍ਰੇਮ ਹੈ, ਹੋਰੀ ਦੇ ਚਿਤ ਚਾਓ ਨਾ ਚੁੱਕਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਉਹ ਕਹਿਣ ਲੱਗੇ ਮੈਂ ਤੇ ਪਿਆਰ ਦਾ ਭੁੱਖਾ। ਸੋ ਜਿਹੜਾ ਕੁਐਸਚਨ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਜਿਹੜੀ ਸਾਖੀ ਤੇ ਸਟੈਂਪ ਲਾਉਂਦੇ ਨੇ, ਕਿਉਂਕਿ ਬਿਦਰ ਦਾ ਜ਼ਿਕਰ ਆਇੰਦਾ, ਨੀਚ ਜਾਤ ਹਰ ਜਪਦੇ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਉੱਤਮ ਪਦਵੀ ਪਾਏ। ਹੁਣ ਕ੍ਰਿਸ਼ਨ ਜੀ ਮਹਾਰਾਜ ਨੇ ਭੀਲੀ ਦੇ ਬੀਰ ਖਾਦੇ, ਰਾਮਚੰਦਰ ਜੀ ਨੇ। ਕ੍ਰਿਸ਼ਨ ਜੀ ਮਹਾਰਾਜ ਨੇ ਸਾਰੇ ਰਾਜ ਭਾਗ ਨੂੰ ਛੱਡ ਕੇ, ਇੰਨੇ ਗੁਰੂਜਨਾਂ ਨੂੰ ਛੱਡ ਕੇ, ਤੇ ਉਹਦੇ ਘਰ ਜਾ ਕੇ ਉਹਦਾ ਸਤਿਕਾਰ, ਉਹਦੇ ਝੁੱਗੀ ਚ ਜਾ ਕੇ ਰਹੇ ਨੇ, ਝੁੱਗੀ ਜਾਏ ਵਲਾਇਨ। ਠੀਕ ਹੈ। ਹੁਣ ਇਹਦਾ ਮਤਲਬ ਕੀ ਆਉਂਦਾ ਹੈ?
ਫਿਰ ਜੇ ਅਸੀਂ ਓਵਰਆਲ ਦੇਖੀਏ, ਜੋ ਸਾਨੂੰ ਹਿਸਟਰੀ ਤੋਂ ਗੱਲਾਂ ਸੁਣਦੀਆਂ ਨੇ, ਹਿੰਦੂ ਧਰਮ ਦੇ ਵਿੱਚ ਦੇਵੀ ਪੂਜਾ, ਹਾਂਜੀ ਦੇਵੀ ਪੂਜਾ ਇੱਕ ਮੈਸੇਜ ਦਿੰਦੀ ਹੈ ਹਾਂਜੀ ਕਿ ਔਰਤ ਦਾ ਸਤਿਕਾਰ ਕਰਨਾ ਹੈ। ਜੇ ਤੇ ਇੰਨੀਆਂ ਦੇਵੀਆਂ ਦੀ ਪੂਜਾ ਨਹੀਂ ਹੋ ਸਕਦੀ, ਵੈਸ਼ਨੋ ਦੇਵੀ, ਜੋਤਾਂ ਵਾਲੀ ਦੇਵੀ, ਨੈਣਾ ਦੇਵੀ, ਹਾਂਜੀ ਇੰਨੀਆਂ ਦੇਵੀਆਂ ਹੋ ਗਈਆਂ, ਫਿਰ ਹਿੰਦੂ ਧਰਮ ਗਊ ਦੀ ਪੂਜਾ ਕਰਦਾ, ਗਊ ਨੂੰ ਮਾਤਾ ਮੰਨਦਾ। ਉਸ ਤੋਂ ਬਾਅਦ ਜੇਕਰ ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਇੱਕ ਦੋਹਾ ਆ ਜਾਂਦਾ ਹੈ ਕਿ ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ। ਇਹ ਦੋਹਾ ਕਿੱਥੋਂ ਆ ਗਿਆ ਕਿ ਜਿਸ ਧਰਮ ਦੇ ਵਿੱਚ ਸ਼ੂਦਰਾਂ ਦਾ ਸਤਿਕਾਰ ਸੀ, ਗਊ ਦੀ ਪੂਜਾ ਕੀਤੀ ਜਾਂਦੀ ਸੀ, ਗਊ ਇੱਕ ਜਾਨਵਰ ਹੈ, ਤੇ ਦੋਹਾ ਕਹਿੰਦਾ ਪਿਆ ਵੀ ਜਾਨਵਰ ਜਿਹੜੇ ਨੇ ਉਹਨਾਂ ਨੂੰ ਉਹ ਮਤਲਬ ਤਾੜਨ ਦੇ ਅਧਿਕਾਰੀ ਨੇ। ਇਸੇ ਤਰ੍ਹਾਂ ਔਰਤ ਨੂੰ ਕਿਹਾ ਗਿਆ, ਨਾਰੀ ਨੂੰ ਵਿੱਚ ਲੈ ਗਿਆ ਗਿਆ, ਤੇ ਨਾਰੀ ਦਾ ਤੇ ਇੰਨਾ ਸਤਿਕਾਰ ਹੈ ਕਿ ਕੰਜਕਾਂ ਬਿਠਾਈਆਂ ਜਾਂਦੀਆਂ, ਦੇਵੀਆਂ ਦਾ ਪੂਜਨ ਕੀਤਾ ਜਾਂਦਾ ਹੈ। ਮੇਰੇ ਕਹਿਣ ਦਾ ਤਾਤਪਰਯ ਹੈ, ਜੋ ਮੈਂ ਮਹਿਸੂਸ ਕਰਦਾ ਵਾਂ ਕਿ ਇਹ ਚੀਜ਼ਾਂ ਜਿਹੜੀਆਂ ਜਾਤ ਪਾਤ ਸੀ, ਇਹ ਬਾਅਦ ਦੇ ਵਿੱਚ, ਜਿੱਦਾਂ ਗਿਆਨੀ ਜੀ ਨੇ ਕਿਹਾ ਸੀ ਨਾ, ਕਿ ਕੁਝ ਜਿਹੜੇ ਰਾਜ ਭਾਗ ਕਰਨ ਵਾਲੇ ਲੋਕ ਸਨ, ਜਿਹੜੇ ਰਾਜੇ ਹੁੰਦੇ ਨੇ, ਰਾਜੇ ਮਨੁੱਖਤਾ ਨੂੰ ਵੰਡ ਕੇ ਰਾਜ ਕਰਦੇ ਨੇ, ਕਿਉਂਕਿ ਜੇ ਸਾਰੀ ਮਨੁੱਖਤਾ ਇਕੱਠੀ ਹੋ ਜਾਏ ਤੇ ਉਹਨਾਂ ਲਈ ਰਾਜ ਕਰਨਾ ਔਖਾ ਹੋ ਜਾਂਦਾ। ਤੇ ਜਿਹੜੇ ਗੁਰੂ ਜਨ ਆਉਂਦੇ ਨੇ, ਪ੍ਰੋਫੈਟ ਆਉਂਦੇ ਨੇ, ਪ੍ਰਭੂ ਦੇ ਭੇਜੇ ਇਨਸਾਨ ਆਉਂਦੇ ਨੇ, ਉਹ ਪਿਆਰ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ। ਜਿੰਨੇ ਪਿਆਰ ਦਾ ਮੈਸੇਜ ਦੇਣਾ, ਉਹ ਮਨੁੱਖਤਾ ਨੂੰ ਕਦੇ ਵੰਡਣ ਦੀ ਗੱਲ ਨਹੀਂ ਕਰੇਗਾ, ਕੋਈ ਧਰਮ ਹੋਵੇ। ਲੇਕਿਨ ਜਿੰਨੇ ਮਨੁੱਖਤਾ ਨੂੰ ਦਬਾਣਾ ਤੇ ਮਨੁੱਖਤਾ ਤੇ ਕੰਟਰੋਲ ਕਰਨਾ, ਉਹਨੇ ਮਨੁੱਖਤਾ ਨੂੰ ਵੰਡ ਦੇਣਾ ਹਿੱਸਿਆਂ ਵਿੱਚ। ਸੋ ਸਮੇਂ ਦੇ ਨਾਲ ਜਦੋਂ ਇਹ ਰਾਜਿਆਂ ਦੇ ਕੋਲ ਰਾਜ ਗਿਆ, ਉਹਨਾਂ ਨੇ ਆਪਣੇ ਰਾਜ ਭਾਗ ਨੂੰ ਚਲਾਉਣ ਵਾਸਤੇ, ਕਿਉਂਕਿ ਪ੍ਰਜਾ ਤੇ ਅਤਿਆਚਾਰ ਕਰਦੇ ਸਨ, ਕੱਲਾ ਰਾਜਾ ਅਤਿਆਚਾਰ ਨਹੀਂ ਕਰ ਸਕਦਾ, ਜਮਾਤ ਨੂੰ ਵੰਡਣਾ ਹੁੰਦਾ। ਜੇ ਸਾਰੀ ਪਬਲਿਕ ਤੇ ਤੁਸੀਂ ਅਤਿਆਚਾਰ ਕਰੋਗੇ ਤੇ ਪਬਲਿਕ ਇਕੱਠੀ ਹੋ ਜਾਏਗੀ। ਉਹਨਾਂ ਨੇ ਪਬਲਿਕ 'ਚ ਵੰਡੀਆਂ ਪਾਤੀਆਂ। ਪਰ ਭਾਈ ਸਾਹਿਬ, ਉਹਨਾਂ ਦੀ ਐਡਵਾਈਸ ਕਰਨ ਵਾਲਾ ਵੀ ਤਾਂ ਪੰਡਤ ਸੀ ਨਾ, ਬਾਹਮਣ ਸੀ ਨਾ, ਜਿਹਨੇ ਰਾਜਾ ਨੂੰ ਸਲਾਹ ਦਿੱਤੀ ਕਿ ਵੀ ਇਸ ਤਰ੍ਹਾਂ ਕਰੋ। ਹਾਂਜੀ 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 ਸਰ, ਉਹ ਇਹੀ ਚੱਕਰ ਹੈ ਨਾ ਕਿ ਦੇਖੋ ਕੀ ਹੁੰਦਾ, ਜਿੱਦਾਂ ਅਸੀਂ ਅਜੋਕੇ ਸਮੇਂ 'ਚ ਵੀ ਦੇਖਦੇ ਹਾਂ ਕਿ ਜਦੋਂ ਆਂਦਾ ਨਾ, ਰਾਜ ਬਿਨਾਂ ਨਹਿ ਧਰਮ ਚਲਿਆ ਹੈ। ਧਰਮ ਨੂੰ ਚਲਾਉਣ ਵਾਸਤੇ ਰਾਜ ਦੀ ਲੋੜ ਹੁੰਦੀ ਹੈ, ਲੇਕਿਨ ਹੁੰਦਾ ਕੀ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜਦੋਂ ਪਾਵਰ ਰਾਜੇ ਕੋਲ ਆ ਜਾਂਦੀ ਹੈ ਨਾ, ਤੇ ਉਹ ਦਲੇ ਮਲੇ ਕਿਉਂ ਹੋ ਜਾਂਦਾ ਹੈ ਕਿ ਰਾਜੇ ਜਿਸਕੀ ਲਾਠੀ ਉਸਕੀ ਭੈਂਸ, ਗਿਆਨੀ ਜੀ ਨੇ ਕਿਹਾ ਸੀ। ਜਿਹਦੇ ਕੋਲ ਤਾਕਤ ਹੁੰਦੀ ਹੈ, ਈਵਨ ਜਿਹੜਾ ਬ੍ਰੇਨ ਹੈ ਉਹਦੇ ਕਮਾਂਡ ਥੱਲੇ ਚੱਲਦਾ, ਉਹਨੂੰ ਡਰ ਹੁੰਦਾ ਕਿ ਮੈਨੂੰ ਮਾਰ ਨਾ ਦੇਵੇ। ਇਤਿਹਾਸ ਅਸੀਂ ਜਦੋਂ ਪਿੱਛੇ ਸਟੱਡੀ ਕਰਦੇ ਹਾਂ, ਜੇ ਗੁਰੂ ਸਾਹਿਬਾਂ ਦੀ ਸ਼ਹੀਦੀ ਹੋਈ ਹੈ ਤੇ ਉਹਦੇ ਵਿੱਚ ਉੱਥੋਂ ਸਮੇਂ ਦੇ ਕਾਜੀ ਕੋਲੋਂ ਫਤਵਾ ਦਵਾਇਆ ਗਿਆ ਵੀ ਇਹਨਾਂ ਦੀ ਸ਼ਹੀਦੀ ਕਰਨੀ ਬਣਦੀ ਹੈ, ਇਹਨਾਂ ਨੂੰ ਕਤਲ ਕਰਨਾ ਬਣਦਾ ਹੈ। ਹਮੇਸ਼ਾ ਹੀ ਜਿਹੜਾ ਰਾਜਾ ਸੀ, ਉਹਨੇ ਸਮੇਂ ਦੇ ਜਿਹੜੇ ਧਾਰਮਿਕ ਆਗੂ ਸਨ, ਉਹਨਾਂ ਦੀ ਆੜ ਦੇ ਵਿੱਚ ਤਸ਼ੱਦਦ ਕੀਤਾ। ਤੇ ਇਹ ਜਿਹੜੀ ਜਾਤ ਪਾਤ ਹੈ, ਜਿੱਦਾਂ ਤੁਸੀਂ ਕਿਹਾ, ਮੈਂ ਜਸਟ ਵਾਂਟ ਟੂ ਰਿਪੀਟ ਕਿ ਪਹਿਲਾਂ ਤੇ ਇਹ ਕਿੱਤੇ ਦੀ ਵੰਡ ਸੀ, ਪਰ ਸ਼ਰਾਰਤੀ ਅਨਸਰਾਂ ਨੇ ਸੋਚਿਆ ਕਿ ਕਿੱਤੇ ਦੀ ਵੰਡ ਨੂੰ ਉਹਨਾਂ ਨੇ ਇਰਰਿਵਰਸੀਬਲ ਕਰਤਾ। ਇਹ ਇਰਰਿਵਰਸ ਨਹੀਂ ਹੋ ਸਕਦੀ। ਕਿੱਤੇ ਦੀ ਵੰਡ ਤਾਂ ਬਹੁਤ ਚੰਗੀ ਚੀਜ਼ ਸੀ, ਲੇਕਿਨ ਉਹਨੂੰ ਕਿਸੇ ਦੀ ਹੈਰੈਡਿਟੀ ਨਾਲ ਜੋੜਤਾ ਜਾਵੇ, ਉਹ ਚੀਜ਼ ਗਲਤ ਹੋ ਗਈ। ਬੰਦੇ ਦੇ ਕੋਲ ਇਨਸਟਿੰਕਟ ਹੀ ਨਹੀਂ ਹੈਗਾ ਸੋਚਣ ਦਾ। ਉਹ ਬ੍ਰਾਹਮਣ ਦੇ ਘਰ ਪੈਦਾ ਹੋ ਗਿਆ, ਉਹਦਾ ਦਿਮਾਗ ਕੰਮ ਨਹੀਂ ਕਰਦਾ, ਲੇਕਿਨ ਉਹ ਬ੍ਰਾਹਮਣ ਹੀ ਰਹੇਗਾ ਤੇ ਉਹਦੇ ਕੋਲ ਵਿਚਾਰ ਹੀ ਨਹੀਂ ਹੈਗਾ। ਅਕਸ਼ਤਰੀ ਘਰ ਪੁੱਤਰ ਜੰਮਿਆ, ਬਾਜੂ ਬਲ ਉਹ 'ਚ ਹੈ ਨਹੀਂ, ਤੇ ਜਦੋਂ ਉਹਨੂੰ ਛਤਰੀ ਦਾ ਨਾਮ ਦਿਓਗੇ ਤੇ ਆਪਣੇ ਆਪ ਹੀ ਡਿਗਰੇਡੇਸ਼ਨ ਜਿਹੜੀ ਆ ਜਾਂਦੀ ਹੈ, ਉਹ ਜਿਹੜੀ ਚੀਜ਼ ਹੈ ਫੇਲ ਹੋ ਜਾਂਦੀ ਹੈ। ਜਿਸ ਤਰ੍ਹਾਂ ਅੱਜ ਦੇ ਯੁੱਗ 'ਚ ਅਸੀਂ ਕੰਪੀਟੀਸ਼ਨ ਦੇਖਦੇ ਹਾਂ। ਕੰਪੀਟੀਸ਼ਨ ਕਦੋਂ ਹੁੰਦਾ ਹੈ? ਵੀ ਸੇ ਓਪਨ ਕੰਪੀਟੀਸ਼ਨ, ਗਲੋਬਲਾਈਜੇਸ਼ਨ। ਵੀ ਜੇ ਬਿਜ਼ਨਸ ਨੂੰ ਚਲਾਉਣਾ ਹੈ ਤੇ ਬਿਜ਼ਨਸ ਨੂੰ ਆਪਣੇ ਦੇਸ਼ਾਂ ਵਿੱਚ ਨਾ ਬੰਨਿਆ ਜਾਵੇ, ਇਹਨੂੰ ਗਲੋਬਲਾਈਜ਼ ਕੀਤਾ ਜਾਵੇ। ਹਰ ਬੰਦੇ ਨੂੰ ਮੇਨ ਉਹ ਸਟਰਗਲ ਕਰਨਾ ਪਵੇ, ਕੰਪੀਟ ਕਰਨਾ ਪਵੇ ਤੇ ਬੈਸਟ ਚੀਜ਼ ਬਾਹਰ ਆਵੇ। ਲੇਕਿਨ ਜਾਤਵਾਦ ਨੇ ਕੀ ਕੀਤਾ? ਜਾਤਵਾਦ ਨੇ ਉਸ ਚੀਜ਼ ਨੂੰ ਬੰਨ ਕੇ ਰੱਖਤਾ। ਜਦੋਂ ਇੱਕ ਗਰੁੱਪ ਦੇ ਵਿੱਚ ਹੀ ਬੰਨਤਾ, ਉਹ ਟੈਲੈਂਟ ਹੌਲੀ ਘਟਦਾ ਚਲਾ ਗਿਆ। ਇੱਕ ਤੇ ਹਰ ਬੰਦੇ ਨੂੰ ਇੱਕ ਆਰਟੀਫਿਸ਼ੀਅਲ ਸਿਕਿਉਰਿਟੀ ਮਿਲ ਗਈ ਕਿ ਮੈਂ ਤੇ ਬ੍ਰਾਹਮਣ ਹੀ ਹਾਂ, ਮੈਂ ਬ੍ਰਾਹਮਣ ਘਰ ਜੰਮਿਆ ਵਾਂ, ਮੈਨੂੰ ਗ੍ਰੰਥ ਪੜ੍ਹਨ ਦੀ ਲੋੜ ਹੀ ਨਹੀਂ। ਉਹਨੂੰ ਗ੍ਰੰਥ ਆਉਂਦੇ ਨਹੀਂ, ਲੇਕਿਨ ਉਹ ਕਹਿਣ 'ਚ ਬ੍ਰਾਹਮਣ ਹੈ। ਛਤਰੀ ਘਰ ਜੰਮਿਆ, ਛਤਰੀ ਹੋ ਗਿਆ, ਸ਼ਸਤਰ ਚਲਾਣੇ ਆਣ ਜਾਣਾ।
ਸੋ ਸਟੈਗਨੇਸ਼ਨ ਕ੍ਰੀਏਟ ਕਰ ਦਿੱਤੀ ਉਹਨਾਂ ਨੇ। ਸਟੈਗਨੇਸ਼ਨ, ਯੈਸ, ਕੰਪੀਟੀਸ਼ਨ ਦੀ ਘਾਟ ਆ ਗਈ, ਸਟੈਗਨੇਸ਼ਨ ਕ੍ਰੀਏਟ ਹੋ ਗਈ ਤੇ ਉਹਦੇ ਨਾਲ ਡਿਗਰੇਡੇਸ਼ਨ ਆ ਗਈ। ਦੈਟ ਮੇ ਬੀ ਦਾ ਰੀਜ਼ਨ ਕਿ ਇੰਡੀਆ ਦੇ ਵਿੱਚ ਜਿਹੜੇ ਬਾਹਰਲੇ ਹੁਕਮਰਾਨਾਂ ਨੇ ਆ ਕੇ ਬੜੀ ਸੌਖੀ ਤਰ੍ਹਾਂ ਨਾਲ ਰਾਜ ਕਰ ਲਿਆ। ਕਿਉਂ? ਲੋਕੀ ਡਿਵਾਈਡਡ ਸਨ, ਕੰਪੀਟੀਸ਼ਨ ਹੈ ਨਹੀਂ ਸੀ। ਜਿਹੜਾ ਹੁਕਮਰਾਨ ਆਂਦਾ ਸੀ ਉਹ ਇਹਨਾਂ ਦੀ ਡਿਵੀਜ਼ਨ ਦਾ ਫਾਇਦਾ ਲੈ ਕੇ ਇੱਥੇ ਸੌਖਾ ਹੀ ਰਾਜ ਭਾਗ ਬਣ ਕੇ ਬਹਿ ਜਾਂਦਾ, ਰਾਜਾ ਬਣ ਕੇ ਬਹਿ ਜਾਂਦਾ। ਤੇ ਆਮ ਤੌਰ ਤੇ ਕਿਹਾ ਜਾਂਦਾ ਵੀ ਅੰਗਰੇਜ਼ਾਂ ਦੀ ਪਾਲਿਸੀ ਸੀਗੀ ਵੰਡੋ ਤੇ ਰਾਜ ਕਰੋ, ਜਦੋਂ ਕਿ ਸੀਗੀ ਇਹ ਪਾਲਿਸੀ ਬ੍ਰਾਹਮਣਾਂ ਦੀ। ਇਹ ਹਰ ਰਾਜੇ ਦੀ ਪਾਲਿਸੀ ਹੁੰਦੀ ਹੈ ਸਰ, ਮੇਰਾ ਜੋ ਵਿਊ ਹੈ ਨਾ, ਇਹ ਇੱਕ ਦੀ ਗੱਲ ਨਹੀਂ। ਜਿਸ ਤਰ੍ਹਾਂ ਗਿਆਨੀ ਜੀ ਨੇ ਆਪਣੀ ਡਿਸਕਸ਼ਨ 'ਚ ਕਿਹਾ ਸੀ ਨਾ, ਗਿਆਨੀ ਧਰਮ ਸਿੰਘ ਜੀ ਨੇ, ਕਿ ਇਹ ਜਿਹੜੀ ਜਾਤ ਪਾਤ ਹੈ ਇਹ ਵਰਡ ਓਵਰ ਹੈਗੀ ਹੈ। ਹੁਣ ਪਿੱਛੇ ਅਮਰੀਕਾ ਦੇ ਵਿੱਚ ਬੜਾ ਵੱਡਾ ਮਸਲਾ ਬਣ ਗਿਆ ਬਲੈਕ ਤੇ ਵਾਈਟ ਦਾ, ਲੇਕਿਨ ਉਹ 'ਚ ਪੋਜ਼ਿਟਿਵ ਪਾਰਟ ਕੀ ਸੀ? ਕਿਉਂਕਿ ਵਰਡ ਗਲੋਬਲਾਈਜ਼ ਹੋ ਗਿਆ। ਗਲੋਬਲਾਈਜ਼ ਹੋਣ ਕਰਕੇ ਜਿਹੜੀਆਂ ਇਹ ਫੀਲਿੰਗਸ ਹੈ ਲੋਕਾਂ ਦੇ ਵਿੱਚ, ਲੋਕੀ ਜਦੋਂ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਨੇ ਨਾ, ਤੇ ਫਿਰ ਉਹਨਾਂ ਨੂੰ ਫੀਲਿੰਗ ਬਣਦੀ ਕਿ ਸਾਰੇ ਹੀ ਚੰਗੇ ਨੇ। So it's really a form of slavery. Yes. With a different name. With a different name, right. ਇਹਦੇ ਵਿੱਚ ਸਰ ਪ੍ਰੋਬਲਮ ਇਹ ਹੈਗੀ ਸੀ ਕਿ ਜਿਸ ਤਰ੍ਹਾਂ ਇਸ ਹਿਸਾਬ ਨਾਲ ਵੰਡ ਦਿੱਤਾ, ਜਿੱਦਾਂ ਗਿਆਨੀ ਜੀ ਨੇ ਕਿਹਾ ਸੀ ਵੀ ਜਿਹੜਾ ਬੰਦਾ ਬ੍ਰਾਹਮਣ ਹੈ ਉਹ ਚਾਹੇ ਕੋਈ ਲੇਬਰ ਵਰਕ ਹੀ ਕਰੇ, ਕੋਈ ਵੀ ਲੋਐਸਟ ਵਰਕ ਜਿਹਨੂੰ ਕਹਿ ਦਿੰਦੇ ਆਪਾਂ, ਕੰਮ ਤੇ ਕੋਈ ਛੋਟਾ ਨਹੀਂ ਹੁੰਦਾ, ਉਹ ਕਰੇ, ਪਰ ਉਹਦੀ ਜਾਤ ਉਹਦੇ ਨਾਲ ਉਹੀ ਜੁੜੀ ਰਹਿੰਦੀ ਹੈ। ਹੀ ਇਜ਼ ਪ੍ਰਾਊਡ ਆਪਣੀ ਜਾਤ ਦਾ। ਤੇ ਛੋਟੀ ਜਾਤ ਦਾ ਜਿਹੜਾ ਮਰਜ਼ੀ ਕੰਮ ਕਰੇ ਉਹ ਜਾਤ ਉਹਦਾ ਪਿੱਛਾ ਨਹੀਂ ਛੱਡਦੀ। ਸੋ ਇਹਦੇ ਵਿੱਚ ਬੈਡ ਪਾਰਟ ਜਿਹੜਾ ਸੀ ਇਹਨੂੰ ਇਰਰਿਵਰਸੀਬਲ ਕਰਤਾ ਗਿਆ। ਇਹ ਚੀਜ਼ ਹੀ ਨਹੀਂ ਹੋ ਸਕਦੀ। ਇਰਰਿਵਰਸੀਬਿਲਟੀ ਜਿਹੜੀ ਉਹਨੇ ਇਹਨੂੰ ਮਾੜੀ ਸ਼ੇਪ ਦੇ ਦਿੱਤੀ। ਜਦੋਂ ਤੱਕ ਡਿਵੀਜ਼ਨ ਆਫ ਵਰਕ ਸੀ ਦੈਟ ਵਾਸ ਓਕੇ, ਪਰ ਉਹਨੂੰ ਹੈਰੈਡਿਟੀ ਨਾਲ ਜੋੜਨਾ ਜਿਹੜਾ ਸੀ, ਉੱਥੇ ਉਹਦੇ ਵਿੱਚ ਘਟੀਆਪਨ ਆ ਗਿਆ, ਉਹਦੇ ਵਿੱਚ ਸਾਨੂੰ ਨੁਕਸਾਨ ਹੋਇਆ ਸਾਰੀ ਮਨੁੱਖਤਾ ਨੂੰ। ਸੋ ਡੂ ਯੂ ਫੀਲ, ਗਿਆਨੀ ਜੀ ਤੁਹਾਡੇ ਵੱਲ ਕੁਐਸਚਨ, ਕਿ ਤੁਸੀਂ ਇਸ ਗੱਲ ਕਰਕੇ, ਇਸ ਵੀਕਨੈਸ ਕਰਕੇ ਹੀ ਜਿਹੜਾ ਸੀਗਾ ਭਾਰਤ ਗੁਲਾਮ ਹੋ ਗਿਆ ਮੁਗਲਾਂ ਦਾ, ਜਦੋਂ ਉਹਨਾਂ ਨੇ ਇਨਵੇਜਨ ਕੀਤਾ? ਕਿਉਂਕਿ ਉਹਨਾਂ ਦੀ ਫਿਲਾਸਫੀ ਜੋ ਸਾਰੇ ਬਰਾਬਰ ਸੀ, ਸਾਰੇ ਲੜ ਸਕਦੇ ਸੀ। ਸਾਡੇ ਇੱਥੇ ਜਿਹੜੇ ਸੀ 15% ਲੋਕ ਹੀ ਲੜ ਸਕਦੇ ਸੀ, ਕਿਉਂਕਿ ਬਾਕੀਆਂ ਨੂੰ ਅਧਿਕਾਰ ਨਹੀਂ ਸੀ ਲੜਨ ਦਾ, ਤੇ ਫਿਰ ਅਨਇਕੁਅਲ ਪਾਵਰ ਕ੍ਰੀਏਟ ਹੋ ਗਈ, ਜਿਹਦੇ ਵਿੱਚ ਕਿ ਫਿਰ ਉਹ ਹਾਰ ਗਏ। ਕੀ ਖਿਆਲ ਹੈ ਤੁਹਾਡਾ? ਇਹ ਬਿਲਕੁਲ ਆਪ ਜੀ ਦੀ ਗੱਲ ਸਹੀ ਆ, ਕਿਉਂਕਿ ਜਿਹੜਾ ਹੈਗਾ ਨਾ ਬੰਦਾ ਜਦੋਂ ਦੁਖੀ ਹੁੰਦਾ, ਉਦਾਹਰਨ ਵਜੋਂ ਅੱਜ ਇੰਡੀਆ ਦੇ ਵਿੱਚ ਜਿਹੜੀ ਹਾਲਤ ਮੁਸਲਮਾਨਾਂ ਦੀ ਹੋ ਰਹੀ ਆ, ਜਿਹੜੀ ਦਲਿਤਾਂ ਦੀ ਹੋ ਰਹੀ ਆ, ਜਿਹੜੀ ਸਿੱਖਾਂ ਦੀ ਹੋ ਰਹੀ, ਸਾਰੀਆਂ ਘੱਟ ਗਿਣਤੀ ਜਿਹੜੀਆਂ ਕੌਮਾਂ ਨੇ ਉਹਨਾਂ ਦੀ ਜਿਹੜੀ ਹਾਲਤ ਹੋ ਰਹੀ ਆ, ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਦੇਸ਼ ਗੁਲਾਮ ਹੋਵੇ, ਕੋਈ ਨਹੀਂ ਚਾਹੁੰਦਾ ਕਿ ਸਾਡੇ ਉੱਪਰ ਕੋਈ ਜੰਗ ਥੋਪਿਆ ਜਾਏ। ਪਰ ਅੱਜ ਜੇ ਕਿਤੇ ਕੋਈ ਬਾਹਰੋਂ ਹਮਲਾਵਰ ਹਮਲਾ ਕਰਦਾ ਆ, ਤੇ ਤੁਸੀਂ ਆਪ ਸੋਚੋ ਵੀ ਜਿਨ੍ਹਾਂ ਦੇ ਮੰਦਿਰ ਧਰਮ ਦੁਆਰੇ ਢਾਏ ਜਾ ਰਹੇ ਆ, ਜਿਨ੍ਹਾਂ ਨੂੰ ਕਿੰਨੀਆਂ ਹੀ ਘਟਨਾਵਾਂ ਆ ਗਈਆਂ ਨੇ ਸਾਹਮਣੇ ਕਿ ਦਲਿਤ ਵਾ ਮੁਸਲਮਾਨ ਆ, ਦਰਖਤ ਨਾਲ ਬੱਧਾ ਆ, ਨਾਲੇ ਉਹਨੂੰ ਕੁੱਟ ਰਹੇ, ਨਾਲੇ ਪਿਸ਼ਾਬ ਪਿਲਾ ਰਹੇ ਆ। ਮੈਂ ਤੇ ਹੈਰਾਨ ਰਹਿ ਗਿਆ। ਅੱਜ ਹੀ ਮੈਂ ਘਟਨਾ ਪੜ੍ਹੀ ਆ, ਉਹ ਹੈ ਤੇ ਪੁਰਾਣੀ ਆ, ਸ਼ਾਇਦ ਥੋੜੇ ਮਹੀਨੇ ਪਹਿਲੋਂ ਹੋਊਗੀ ਸ਼ਾਇਦ। ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਇਹੋ ਜਿਹੀ ਘਟਨਾ ਵਾਪਰੀ ਆ ਕਿ ਕਿਸੇ ਦਲਿਤ ਦਾ ਕਿਸੇ ਨਾਲ ਝਗੜਾ ਹੋ ਗਿਆ ਤੇ ਉਹਨਾਂ ਨੇ ਉਹਨੂੰ ਕੁੱਟਿਆ ਤੇ ਉਹਨੂੰ ਪਿਸ਼ਾਬ ਪਿਲਾਇਆ। ਹੁਣ ਜਦੋਂ ਇਹੋ ਜਿਹੇ ਧੱਕੇ ਹੁੰਦੇ ਨੇ, ਤੇ ਜਦੋਂ ਕੋਈ ਬਾਹਰੀ ਹਮਲਾਵਰ ਆਵੇ, ਤੇ ਇਹੋ ਜਿਹੇ ਜਿਹੜੇ ਦੁਖੀ ਲੋਕ ਹੁੰਦੇ ਨੇ ਉਹਨਾਂ ਦੀਆਂ ਬਦ ਦੁਆਵਾਂ ਜ਼ਰੂਰ ਲੱਗਦੀਆਂ, ਉਹ ਜ਼ਰੂਰ ਉਹਨਾਂ ਲੋਕਾਂ ਦਾ ਹੀ ਸਾਥ ਦੇਣਗੇ। ਤੇ ਇਸ ਕਰਕੇ ਹਾਂਜੀ ਨੈਚੁਰਲ ਹੈ। ਹਾਂਜੀ, ਕੀ ਖਿਆਲ ਹੈ ਤੁਹਾਡਾ ਡਾਕਟਰ ਲਵਿੰਦਰ ਸਿੰਘ ਜੀ? ਜਿਹੜੀ ਯੂਨਿਟੀ ਹੈ ਨਾ, ਜਿਸ ਤਰ੍ਹਾਂ ਆਪ ਜੀ ਨੇ ਕਿਹਾ ਸੀ ਸਰ, ਵੀ ਮਤਲਬ ਜਿਹੜੀ ਜਮਾਤ ਹੀ ਕਰਾਮਾਤ ਹੈ। ਸੋ ਯੂਨਿਟੀ ਇਜ਼ ਸਟਰੈਂਥ। ਜਦੋਂ ਵੀ ਮਨੁੱਖਤਾ ਦੇ ਸਾਰੇ ਹੀ ਜਿਹੜੇ ਅੰਗ ਹੈ ਉਹ ਇਕੱਠੇ ਰਹਿਣਗੇ, ਆਪਸ ਪਿਆਰ ਨਾਲ ਰਹਿਣਗੇ, ਤੇ ਉਹ ਇੱਕ ਸਟਰੈਂਥ ਬਣ ਜਾਂਦੀ ਹੈ। ਜਿੱਦਾਂ ਛੋਟੇ ਹੁੰਦੇ ਆਪਾਂ ਕਹਾਣੀ ਪੜ੍ਹਦੇ ਸਾਂ ਕਿ ਲੱਕੜ ਮੁੱਠੀ, ਉਹ ਪੂਰਾ ਉਹਦਾ ਮੁੱਠਾ ਸੀ ਤੇ ਉਹ ਕੋਈ ਤੋੜ ਨਹੀਂ ਸਕਿਆ, ਕੱਲੀ ਲੱਕੜ ਕਰਕੇ ਸਾਰਿਆਂ ਤੋੜਤੀ। ਸੋ ਇਸੇ ਤਰ੍ਹਾਂ ਜਦੋਂ ਵੀ ਕਿਸੇ ਵੀ ਸਮੇਂ ਤੇ ਜੇ ਮਨੁੱਖਤਾ ਨੂੰ ਵੰਡਿਆ ਜਾਂਦਾ ਹੈ ਤੇ ਆਪਣਾ ਹੀ ਨੁਕਸਾਨ ਹੁੰਦਾ ਹੈ ਹਮੇਸ਼ਾ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਪਹਿਲਾਂ ਵੀ ਉਹਨਾਂ ਨੇ ਜਿਹੜੇ ਕਨਸੈਪਟ ਦਿੱਤਾ ਵੀ ਜਿਹੜਾ ਬ੍ਰਾਹਮਣ ਹੈ ਉਹ ਦਿਮਾਗ ਹੈ, ਸਿਰ ਹੈ, ਛਤਰੀ ਹੈ ਬਾਹਾਂ ਹੈ,
ਹੁਣ ਸਰੀਰ ਤਾਂ ਪੂਰਾ ਅੰਗ ਹੈ, ਸਰੀਰ ਇੱਕ ਯੂਨਿਟ ਹੈ। ਐਸੇ ਤਰ੍ਹਾਂ ਜਿਹੜਾ ਦੇਸ਼ ਹੈ ਜਾਂ ਦੁਨੀਆ ਵਰਲਡ ਹੈ, ਇੱਕ ਯੂਨਿਟ ਹੈ। ਜਦੋਂ ਅਸੀਂ ਇਸ ਯੂਨਿਟ ਦੇ ਵਿੱਚ ਇਰਰਿਵਰਸੀਬਲ ਵੰਡੀਆਂ ਪਾ ਦਾਂਗੇ ਤੇ ਇਹਦੀ ਪਾਵਰ ਘਟੇਗੀ। ਦਿਮਾਗ ਸੋਚੇਗਾ ਮੈਨੂੰ ਬਾਹਾਂ ਹਿਲਾਉਣ ਦੀ ਕੀ ਲੋੜ ਕੀ ਹੈ, ਉਹ ਬੰਦੇ ਦਾ ਸਿਰਫ 25% ਵਰਕ ਪਾਰਟ ਕੰਮ ਕਰ ਰਿਹਾ ਹੈ, ਦਿਮਾਗ ਇਕੱਲਾ ਕੰਮ ਕਰ ਰਿਹਾ ਹੈ, ਬਾਕੀ ਚੀਜ਼ਾਂ ਤੋਂ ਸਾਰਾ ਵੇਸਲਾ ਉਹ ਡਿਪੈਂਡ ਦੂਜਿਆਂ ਤੇ ਹੋ ਗਿਆ। ਸੋ ਇਸੇ ਵਾਸਤੇ ਆਂਦਾ ਨਾ, ਸੋ ਪੰਡਤ ਜੋ ਮਨ ਪਰ ਬੁੱਧ ਹੈ, ਸੁਖਮਨੀ ਸਾਹਿਬ ਜੀ ਦੇ ਵਿੱਚ ਲਾਈਨ ਆਉਂਦੀ ਹੈ। ਹਾਂਜੀ, ਸੋ ਪੰਡਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਗੁਰੂ ਸਾਹਿਬ ਕਹਿੰਦੇ ਅਸਲੀ ਪੰਡਤ ਉਹ ਹੈ ਜਿਹਨੇ ਆਪਣੇ ਮਨ ਨੂੰ ਸਵਾਰ ਲਿਆ, ਮਨ ਨੂੰ ਕੰਟਰੋਲ ਕਰ ਲਿਆ ਤੇ ਰਾਮ ਦਾ ਨਾਮ ਆਪਣੀ ਆਤਮਾ 'ਚ ਵਸਾ ਲਿਆ। ਅਗਲੀ ਕੀ ਪੰਕਤੀ ਹੈ, ਚੌਂ ਵਰਨਾ ਕੋ ਦੇ ਉਪਦੇਸ਼, ਜਿਹੜਾ ਸਾਰਿਆਂ ਨੂੰ ਬਰਾਬਰ ਸਮਝ ਕੇ ਰੱਬ ਨਾਲ ਜੋੜਦਾ ਹੈ। ਨਾਨਕ ਉਸ ਪੰਡਤ ਕੋ ਸਦਾ ਆਦੇਸ਼, ਗੁਰੂ ਨਾਨਕ ਉਸ ਪੰਡਤ ਦੇ ਅੱਗੇ ਨਮਸਕਾਰ ਕਰਦਾ। ਹਾਂਜੀ ਹਾਂਜੀ, ਬਿਊਟੀਫੁਲ ਬਿਊਟੀਫੁਲ। ਪਰ ਪ੍ਰੋਵਾਈਡਡ ਉਹ ਸਾਰਿਆਂ ਨੂੰ ਬਰਾਬਰ ਦੇ। ਹਾਂਜੀ, ਸੋ ਇਸੇ ਤਰ੍ਹਾਂ ਹੁਣ ਦੇਖੋ, ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਬਤ, ਉਹ ਕਹਿੰਦੇ ਜਦੋਂ ਆਉਂਦਾ ਇੱਕ ਸ਼ਬਦ ਸੁਣੀ ਦਤਾਰ ਪੁਕਾਰ ਗੁਰੂ ਨਾਨਕ ਜਗ ਮਾਹੇ ਪਠਾਇਆ, ਉਹ ਕਿਹੜੀ ਪੁਕਾਰ ਸੀਗੀ, ਕਿਹੜੀ ਸੀਗੀ ਜਿਹੜੀ ਉਹਨਾਂ ਨੇ ਸੁਣ ਕੇ ਵਾਹਿਗੁਰੂ ਨੇ ਜਿਹੜੀ ਭੇਜਿਆ ਫਿਰ ਗੁਰੂ ਨਾਨਕ ਦੇਵ ਜੀ ਨੂੰ? ਉਹ ਕਾਹਦੀ ਪੁਕਾਰ ਸੀਗੀ, ਕਿਸ ਚੀਜ਼ ਦੀ ਪੁਕਾਰ? ਇਹੀ ਹੁੰਦਾ ਜੀ, ਹੈ ਸੁਣਦੀ ਕਰੀ ਲੁਕਾਈ। ਐਸੇ ਜਿਹੜੀ ਭਾਈ ਗੁਰਦਾਸ ਜੀ ਦੀ ਵਾਰ ਹੈ ਸ਼ਬਦ ਆਉਂਦਾ ਹੈ ਵੀ ਜਦੋਂ ਜਿਹੜੀ ਸੰਸਾਰ ਹੈ ਕਿਉਂ ਕਰ ਰਿਹਾ ਸੀ ਕਿ ਜਦੋਂ ਜਿਹੜੇ ਮੌਕੇ ਦੇ ਜਿਹੜੇ ਰੂਲਰ ਨੇ, ਜਿਹੜੇ ਰਾਜੇ ਨੇ, ਉਹ ਪ੍ਰਜਾ ਨੂੰ ਇਕੱਠੇ ਕਰਨੀ ਥਾਂ ਤੇ ਵੰਡੀਆਂ ਪਾ ਕੇ ਆਪਸ ਦੇ ਵਿੱਚ ਉਹਨਾਂ ਨੂੰ ਵੱਖਰਾ ਵੱਖਰਾ ਕਰ ਦੇਣਗੇ ਤੇ ਪ੍ਰਜਾ ਸੁਖੀ ਨਹੀਂ ਹੋ ਸਕਦੀ। ਰਾਜੇ ਨੇ ਆਪ ਤਸ਼ੱਦਦ ਕਰਨਾ ਹੈ, ਉਹਨੇ ਤਸ਼ੱਦਦ ਕਰਨ ਲਈ ਹੋਰਨਾਂ ਨੂੰ ਪਾਵਰ ਦੇਤੀ ਵੀ ਤੂੰ ਵੱਡਾ ਮੈਂ ਤੇ ਤੂੰ ਛੋਟਾ ਮੈਂ, ਤਾਂ ਜੋ ਵੱਡਾ ਮੇਰੇ ਵੱਲ ਨਾ ਦੇਖੇ ਕਿ ਮੈਂ ਤਸ਼ੱਦਦ ਕਰ ਰਿਹਾ, ਛੋਟਿਆਂ ਤੇ ਤਸ਼ੱਦਦ ਕਰਕੇ ਨਾ ਉਹ ਸੈਟੀਸਫਾਈ ਹੋ ਜਾਏ। ਆਪ ਜੀ ਨੇ ਡਾਕਟਰ ਸਾਹਿਬ ਕੁਐਸਚਨ ਕੀਤਾ ਸੀ ਆਪ ਜੀ ਨੇ ਪਹਿਲੀ ਟਾਕ ਦੇ ਵਿੱਚ ਵੀ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ, ਵੀ ਇਹ ਜਿਹੜੀ ਇੰਨਾ ਜ਼ਿਆਦਾ ਵਿਗਾੜ ਜਿਹੜਾ ਪੈ ਗਿਆ, ਇੰਨੇ ਵੱਡੇ ਭਗਤ ਆਏ, ਭਗਤਾਂ ਨੇ ਦੀ ਇੰਨੀ ਦੀ ਮਹਾਨਤਾ ਹੋਈ, ਕਿਉਂਕਿ ਜਿਹੜੇ ਭਗਤ ਸਨ ਨਾ ਉਸ ਵੇਲੇ ਉਹਨਾਂ ਨੂੰ ਸਾਰਿਆਂ ਨੇ ਪੂਜਿਆ, ਕੱਲੀ ਇੱਕ ਜਾਤ ਨੇ ਨਹੀਂ ਪੂਜਿਆ। ਭਾਈ ਗੁਰਦਾਸ ਜੀ ਦੀ ਵਾਰ ਆਉਂਦੀ ਹੈ, ਭਗਤ ਭਗਤ ਜਗ ਵੱਜਿਆ, ਚੌਂ ਚੱਕਰਾਂ ਦੇ ਵਿੱਚ ਚਮਰੇਟਾ। ਉਹ ਕਹਿੰਦੇ ਜਿਹੜੇ ਚਮਰੇਟਾ ਸੀ, ਜਿਹਨੂੰ ਚਮਿਆਰ ਕਹਿੰਦੇ ਸੀ, ਚਮਿਆਰ ਨੂੰ ਤੇ ਸ਼ੂਦਰ ਬਹੁਤ ਮਾੜਾ ਸਮਝਦੇ ਸੀ, ਲੇਕਿਨ ਜਦੋਂ ਰਵਿਦਾਸ ਨੇ ਭਗਤੀ ਕੀਤੀ ਤੇ ਸਾਰੇ ਸੰਸਾਰ 'ਚ ਉਹਦਾ ਨਾਮ ਵੱਜਣਾ ਸ਼ੁਰੂ ਹੋ ਗਿਆ ਤੇ ਚੌਂ ਚੱਕਰਾਂ ਵਿੱਚ ਚਾਰੇ ਪਾਸੇ ਚਮਰੇਟਾ ਹੀ ਚਮਰੇਟਾ ਹੋਣੀ ਸ਼ੁਰੂ, ਰਵਿਦਾਸ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਕੰਮ ਕੀ ਕਰਦਾ ਸੀ, ਪਾਣਾ ਗੰਢੇ ਰਾਹ ਵਿੱਚ, ਕਹਿੰਦੇ ਸੜਕ ਤੇ ਬੈਠਾ ਵਿਚਾਰਾ ਜੁੱਤੀਆਂ ਗੰਢਦਾ ਸੀ। ਕੁਲਾ ਧਰਮ ਢੋਏ ਢੋਰ ਸਮੇਟਾ, ਉਹਨਾਂ ਦੀ ਕੁਲ ਦਾ ਧਰਮ ਹੀ ਸੀ ਕਿ ਜਿਹੜੇ ਮੋਏ ਹੋਏ ਪਸ਼ੂ ਢੋਣੇ। ਅਗਲੀ ਪੰਕਤੀ 'ਚ ਉਹ ਕਲੀਅਰ ਕਰਦੇ ਨੇ, ਜਿਉਂ ਘਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਉਹ ਕਹਿੰਦੇ ਇਹੋ ਜਿਹੀ ਗੱਲ ਕਹਿ ਸਕਦੇ ਆ ਕਿ ਜਿੱਦਾਂ ਇੱਕ ਗੰਦੇ ਜਿਹੇ ਕੱਪੜੇ ਵਿੱਚ ਹੀਰਾ ਪਿਆ ਹੋਵੇ ਨਾ, ਤਾਂ ਸੋ ਕਹਿ ਲਓ ਸੰਸਾਰ ਦੇ ਕਹਿਣ ਨੂੰ ਕਹਿੰਦਾ ਸੀ ਕਿ ਇਹ ਜਾਤ ਬੜੀ ਛੋਟੀ ਹੈ, ਬੜੀ ਮਾੜੀ ਜਾਤ ਹੈ ਚਮਿਆਰ ਦੀ, ਲੇਕਿਨ ਕਹਿੰਦੇ ਉਹਦੇ ਵਿੱਚ ਹੀਰਾ ਬੈਠਾ ਹੋਇਆ ਸੀ। ਜਾਤ ਸੰਸਾਰ ਨੇ ਬਣਾਈ ਹੈ, ਠੀਕ ਹੈ। ਜਿਉਂ ਘਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਸੋ ਇਹ ਸਾਰੀ ਜਿਹੜਾ ਸ਼ਬਦ ਹੈ ਇਹਦੇ ਵਿੱਚ ਇਹ ਸਾਰੀ ਇਸੇ ਤਰ੍ਹਾਂ ਹਰ ਭਗਤ ਜਿਹੜਾ ਹੈ ਨਾਮਦੇਵ ਜੀ ਦੀ ਉਸਤਤੀ ਸਾਰੇ ਸੰਸਾਰ ਨੇ ਕੀਤੀ। ਹਾਂਜੀ, ਉਹ ਗੱਲ ਤੁਹਾਡੀ ਠੀਕ ਹੈ ਡਾਕਟਰ ਸਾਹਿਬ, ਵੀ ਉਹਨਾਂ ਨੇ ਬੜੀਆਂ ਮਤਲਬ ਉਪਦੇਸ਼, ਉਹਨਾਂ ਦੇ ਆਪਣੇ ਜੀਵਨ ਬੜੇ ਸੁਚੱਜੇ ਸੀ, ਲੋਕ ਉਹਨਾਂ ਨੂੰ ਮੰਨਦੇ ਵੀ ਸੀ, ਪਰ ਇਨ ਸਪਾਈਟ ਆਫ ਦੈਟ ਉਹਨਾਂ ਦੇ ਇੰਨੀ ਮਤਲਬ ਮਿਹਨਤ ਕਰਨ ਦੇ ਬਾਵਜੂਦ ਵੀ ਫਿਰ ਵੀ ਚੇਂਜ ਨਹੀਂ ਆਇਆ। ਗੁਰੂ ਨਾਨਕ ਸਾਹਿਬ ਦਾ ਆਉਣਾ ਜਿਹੜਾ, ਤੇ ਜਿਹੜਾ ਕਹਿੰਦੇ ਨੇ ਸੁਣੀ ਦਤਾਰ ਨਾਨਕ ਜਗ ਮਾਹੇ ਪਠਾਇਆ, ਕਿਉਂਕਿ ਅੱਗੇ ਵੀ ਤਾਂ ਉਹ ਚੀਜ਼ਾਂ ਹੋ ਚੁੱਕੀਆਂ ਨੇ, ਉਹ ਜਿਹੀਆਂ ਚੀਜ਼ਾਂ ਜਿਹੜੀਆਂ ਦੁਨੀਆ ਨੂੰ ਇਕੱਠੇ ਕਰਨ ਦੇ, ਜਾਤ ਪਾਤ ਨੂੰ ਛੱਡਣ ਦੇ ਲਈ, ਪਰ ਫਿਰ ਵੀ ਵਾਹਿਗੁਰੂ ਨੇ ਜਿਹੜੀ ਗੱਲ ਸਿਰੇ ਨਹੀਂ ਚੜੀ ਤੇ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ। ਹਾਂਜੀ ਸਰ, ਉਹਦਾ ਸਰ ਇਹ ਹੈਗਾ, ਗੁਰਬਾਣੀ ਦੀ ਇੱਕ ਲਾਈਨ ਆਉਂਦੀ ਹੈ, ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗੰਢੰਦਿਆਂ 6 ਮਾਹ ਤੜੰਦਿਆਂ ਹਿੱਕ ਖਿਨੋ। ਉਹ ਕਹਿੰਦੇ ਹੈ, ਗੁਰਬਾਣੀ ਕਹਿੰਦੀ ਹੈ ਵੀ ਜੇ ਕਿਸੇ ਨੇ ਚੰਗੇ ਪਾਸੇ ਲੱਗਣਾ ਹੈ ਨਾ,
ਤੇ ਚੰਗੇ ਪਾਸੇ ਲੱਗਣ ਲਈ 6 ਮਹੀਨੇ ਦਾ ਟਾਈਮ ਉਦਾਹਰਨ ਦਿੱਤੀ ਹੈ ਕਿ ਬਹੁਤ ਲੰਬਾ ਸਮਾਂ ਲੱਗਦਾ ਹੈ। ਹਾਂਜੀ ਲੇਕਿਨ ਤੁਹਾਡੇ ਮਨ ਦੀ ਅਵਸਥਾ ਨੂੰ ਟੁੱਟਣ ਲੱਗਿਆ, ਹਿੱਲਣ ਲੱਗਿਆ, ਡਿੱਗਣ ਲੱਗਿਆ 1 ਖਿਣ ਲੱਗਦਾ। ਯੈਸ ਸੋ ਇਸੇ ਚੀਜ਼ ਨੂੰ ਅਸੀਂ ਸੰਸਾਰ ਨਾਲ ਜੋੜ ਦਈਏ। ਸੰਸਾਰ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਹੈ ਕ੍ਰੀਏਟ ਕਰਨੀ ਬਹੁਤ ਸੌਖੀ ਹੈ, ਕਿਉਂਕਿ ਮਨੁੱਖ ਸੈਲਫਿਸ਼ ਹੈ। ਸੈਲਫਿਸ਼ ਮਨੁੱਖ ਦੇ ਅੰਦਰ ਮਾੜੀ ਆਦਤ ਪਾਣੀ ਬਹੁਤ ਸੌਖੀ ਹੈ, ਲੇਕਿਨ ਉਹਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ। ਕੱਢਣਾ ਉਹਨੂੰ ਇੰਨਾ ਸੌਖਾ ਨਹੀਂ ਹੁੰਦਾ। ਇਸੇ ਕਰਕੇ ਹੀ ਜੇਕਰ ਕੱਲਾ ਅਸੀਂ ਹਿੰਦੁਸਤਾਨ ਨੂੰ ਬਲੇਮ ਕਰਦੇ ਹਾਂ ਤੇ ਬਾਹਰ ਕਾਲੇ ਗੋਰੇ ਦਾ ਝਗੜਾ, ਕਿਧਰੇ ਨੈਸ਼ਨੈਲਿਟੀ ਦਾ ਝਗੜਾ ਹੈ। ਉਹ ਮਨੁੱਖ ਤੇ ਆਪਣੇ ਸੈਲਫਿਸ਼ ਮੋਟਿਵ ਕਰਕੇ ਹਰ ਥਾਂ ਤੇ ਵੰਡੀ ਪਾ ਦਿੱਤੀ ਹੈ। ਕਿਉਂ? ਮੇਰੇ ਮਨ 'ਚ ਇੱਕ ਐਗਜ਼ਾਮਪਲ ਆਈ ਹੈ ਕਿ ਸਪਿਰਿਚੁਅਲਿਟੀ ਵਿੱਚ ਤੇ ਫਿਜ਼ੀਕੈਲਿਟੀ ਵਿੱਚ, ਵਰਡਲੀਨੈਸ ਦੇ ਵਿੱਚ ਤੇ ਰਿਲੀਜੀਓਸਿਟੀ ਵਿੱਚ ਕੀ ਫਰਕ ਹੈਗਾ ਕਿ ਜਿਹੜਾ ਸੰਸਾਰੀਪਨ ਹੈ ਨਾ, ਇੱਥੇ ਜਿਹੜੀ ਪਦਾਰਥਵਾਦ ਹੈ, ਪਦਾਰਥ ਫਿਕਸ ਹੈਗਾ। ਜੇ ਇੱਕ ਚੀਜ਼ ਮੇਰੇ ਕੋਲ ਹੈ ਉਹ ਚੀਜ਼ ਦੂਸਰੇ ਕੋਲ ਨਹੀਂ ਹੋ ਸਕਦੀ। ਕਿਉਂ? ਪਦਾਰਥ ਫਿਕਸ ਹੈ। ਧਰਤੀ ਦੇ ਰਾਜ ਜੇ ਸਾਰੀ ਤੇ ਕਰਨਾ ਇੱਕ ਬੰਦਾ ਹੀ ਐਟ ਏ ਟਾਈਮ ਕਰ ਸਕਦਾ ਹੈ, ਸਾਰੇ ਨਹੀਂ ਰਾਜ ਕਰ ਸਕਦੇ। ਪਦਾਰਥ ਦੀ ਮੈਂ ਗੱਲ ਕਰ ਰਿਹਾ। ਲੇਕਿਨ ਜਿਹੜਾ ਪਿਆਰ ਹੈ, ਪਿਆਰ ਦਾ ਕੀ ਹੈਗਾ? ਪਿਆਰ ਨੂੰ ਜਿੰਨਾ ਵੰਡੋਗੇ ਉਹ ਵੱਧਦਾ ਹੈ, ਪਿਆਰ ਘਟਦਾ, ਉਹ ਘਟਦਾ ਨਹੀਂ ਹੈ। ਜਿੱਦਾਂ ਗੁਰਬਾਣੀ ਚ ਹੈ ਨਾ, ਖਾਵੋ ਖਰਚੋ ਰਲ ਮਿਲ ਪਾਈ, ਟੋਟ ਨਾ ਆਵੇ ਵੱਧ ਹੋ ਜਾਈ। ਪਿਆਰ ਗਿਆਨ ਇਹ ਵੰਡਿਆ ਵੱਧਦਾ, ਘਟਦਾ ਨਹੀਂ। ਲੇਕਿਨ ਜਿਹੜਾ ਰਾਜ ਭਾਗ ਜਾਂ ਬਾਕੀ ਚੀਜ਼ਾਂ ਇਹਦੀ ਵੰਡੀ ਦੇ ਨਾਲ ਘਟਦੀ ਹੈ ਤੇ ਹਰ ਬੰਦਾ ਚਾਹੁੰਦਾ ਸਾਰਾ ਕੁਝ ਮੇਰੇ ਕੋਲ ਹੋਵੇ, ਸੰਚਨ ਮੈਂ ਕਰ ਲਵਾਂ। ਸੋ ਇਸ ਸੰਚਨ ਦੀ ਬਿਰਤੀ ਕਰਕੇ ਜਿਹੜਾ ਸੰਸਾਰ ਹੈ ਇਹਦੇ ਤੇ 2 ਪਹਿਲੂ ਰਹੇ ਹੈ। ਪਿਆਰ ਵੰਡਣ ਵਾਲੇ ਨੇ ਮਨੁੱਖਤਾ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਜਿਹੜਾ ਸਾਕਤ ਹੈ, ਜਿਹੜਾ ਪਾਵਰ ਦਾ ਪੁਜਾਰੀ ਹੈ, ਜਿਹੜਾ ਪਦਾਰਥ ਦਾ ਪੁਜਾਰੀ ਹੈ, ਉਹਨੇ ਹਮੇਸ਼ਾ ਮਨੁੱਖਤਾ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਲੋਕੀ ਲੜਦੇ ਰਹਿਣ ਤੇ ਸਾਰਾ ਸਮਾਨ ਜੋ ਸਾਰੀ ਪ੍ਰਾਪਰਟੀ ਸੰਪਤੀ ਮੇਰੇ ਕੋਲ ਹੋਵੇ, ਉਹ ਵੰਡੇਗਾ ਤੇ ਘਟ ਜੇ। ਥੈਂਕ ਯੂ ਜੀ। ਯਾਨੀ ਜੀ ਤੁਸੀਂ ਐਨੀਥਿੰਗ ਲਾਈਕ ਟੂ ਐਡ? ਹਾਂਜੀ ਡਾਕਟਰ ਸਾਹਿਬ, ਜਿਹੜੀ ਆਪ ਜੀ ਨੇ ਕਿਹਾ ਵੀ ਕੀ ਪੁਕਾਰ ਸੀਗੀ, ਇਹਨੂੰ ਅਸੀਂ ਜਦੋਂ ਪੁਕਾਰ ਨੂੰ ਵੇਖਾਂਗੇ ਨਾ ਤੇ ਦੇਖਣਾ ਪਊਗਾ ਵੀ ਮਨੁੱਖ ਪੁਕਾਰ ਦੁੱਖ ਚੋਂ ਕਰਦਾ ਆ। ਜਦੋਂ ਦੁਖੀ ਹੁੰਦਾ ਵੀ ਇੱਕ ਤੇ ਉਸ ਵਕਤ ਦੇ ਰਾਜੇ ਜਿਹੜੇ ਸੀਗੇ ਉਹਨਾਂ ਦੇ ਜਿਹੜੇ ਹਾਲਾਤ ਸੀਗੇ, ਉਹ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤੇ ਹੋ ਚੱਟ ਜਾਓ। ਵੀ ਇਹ ਹਾਲਾਤ ਰਾਜਨੀਤਿਕ ਤੌਰ ਤੇ ਸੀ, ਜਿੱਦਾਂ ਅੱਜ ਦੇ ਦਿਨਾਂ ਦੇ ਵਿੱਚ ਅਫਸਰਸ਼ਾਹੀ ਕਰ ਰਹੀ ਆ ਸਾਡੇ ਦੇਸ਼ ਵਿੱਚ। ਇਹ ਇੱਕ ਉਹ ਲੋਕ ਉੱਥੋਂ ਸਤਾਏ ਹੋਏ ਸੀ। ਦੂਸਰਾ ਧਾਰਮਿਕ ਤੌਰ ਤੇ ਵੀ ਜਿਹੜੀਆਂ ਇਹ ਜਾਤ ਪਾਤ ਦੀਆਂ ਵੰਡੀਆਂ ਸੀਗੀਆਂ, ਜਿਨ੍ਹਾਂ ਦਾ ਅੱਗੇ ਅਸੀਂ ਜ਼ਿਕਰ ਕਰ ਆਏ ਹਾਂ ਕਿ ਸ਼ੂਦਰ ਦਾ ਜੀਣਾ ਔਖਾ ਕੀਤਾ ਹੋਇਆ ਸੀਗਾ, ਮੰਦਿਰਾਂ 'ਚ ਨਹੀਂ ਜਾ ਸਕਦੇ। ਜਿਹੜੇ ਖੇਤੀਬਾੜੀ ਕਰਨ ਵਾਲੇ ਲੋਕ ਸੀਗੇ ਉਹਨਾਂ ਦੀ ਕੀਤੀ ਕਰਾਈ ਜਿਹੜੀ ਆ ਚੁੱਕ ਕੇ ਤਗੜੇ ਲੋਕ ਲੈ ਜਾਂਦੇ ਸੀਗੇ। ਸਮਾਜਿਕ ਤੌਰ ਤੇ ਹੀਣਤਾ ਤੇ ਉਹ ਸਾਰੀਆਂ ਜਿਹੜੀਆਂ ਸੀਗੀਆਂ, ਆਰਥਿਕ ਪਾੜਾ ਜਿਹੜਾ ਸੀਗਾ, ਗਰੀਬ ਬੰਦੇ ਦੀ ਰੋਟੀ ਵੀ ਪੂਰੀ ਨਹੀਂ ਚੱਲ ਰਹੀ ਤੇ ਦੂਸਰਾ ਜਿਹੜਾ ਉਹਦੇ ਤੇ ਵਗਾਰੀ ਕੰਮ ਲੈਂਦਾ ਆ, ਸਾਰੇ ਦਿਨ ਕੰਮ ਕਰਾ ਕੇ ਦਿੰਦਾ ਕੁਛ ਨਹੀਂ। ਤੇ ਉਹ ਜਿਹੜੇ ਦੁਖੀ ਲੋਕ ਸੀਗੇ ਇਹਨਾਂ ਗੱਲਾਂ ਕਰਕੇ ਤੇ ਉਹ ਉਹਨਾਂ ਦੀ ਪੁਕਾਰ ਸੀਗੀ ਕਿ ਹੇ ਰੱਬਾ ਸਾਡੀ ਬੋੜੀ ਕਰ, ਬਚਾ ਸਾਨੂੰ। ਥੈਂਕ ਯੂ, ਥੈਂਕ ਯੂ। ਵੀ ਰਨਿੰਗ ਆਊਟ ਆਫ ਟਾਈਮ ਅਨਫੋਰਚੂਨੇਟਲੀ। ਤੇ ਸੋ ਲਾਸਟ ਵਰਡਸ ਡਾਕਟਰ ਸਾਹਿਬ, ਤੁਸੀਂ ਕੋਈ ਹੋਰ ਐਡ ਕਰਨਾ ਹੋਵੇ? ਹਾਂਜੀ ਸਰ, ਮਤਲਬ ਇਹਦੇ ਵਿੱਚ ਮੇਨਲੀ ਇਹੀ ਹੈ ਕਿ ਜੋ ਵੀ ਇਹ ਪਾੜਾ ਪਿਆ ਵੈ, ਇਹ ਪਾੜਾ ਮਨੁੱਖਤਾ ਨੇ ਹੀ ਪਾਇਆ। ਮੈਂ ਪਰਸਨਲੀ ਮਹਿਸੂਸ ਕਰਦਾ ਨਾ ਕਿ ਜੋ ਵਰਡ ਗਲੋਬਲਾਈਜ਼ ਹੋ ਰਿਹਾ ਹੈ ਨਾ ਇਸ ਵੇਲੇ, ਗਲੋਬਲਾਈਜੇਸ਼ਨ ਵੀ ਇਸ ਚੀਜ਼ ਨੂੰ ਘਟਾਏ। ਕਿਉਂਕਿ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਜਾਤਵਾਦ ਹੈ, ਜਿੱਥੇ ਛੋਟੀ ਬਸਤੀ ਹੈ, ਜਿੱਦਾਂ ਪਿੰਡ ਹੈ, ਪਿੰਡਾਂ ਦੇ ਵਿੱਚ ਜਾਤਵਾਦ ਜ਼ਿਆਦਾ ਹੈ ਕਿਉਂਕਿ ਥੋੜੇ ਬੰਦੇ ਨੇ ਡਿਫਰੈਂਸ਼ੀਏਸ਼ਨ ਬਹੁਤ ਸੌਖੀ ਹੋ ਜਾਂਦੀ ਹੈ। ਪਰ ਜਿਉਂ ਅਸੀਂ ਵੱਡੇ ਸ਼ਹਿਰਾਂ 'ਚ ਜਾਂਦੇ ਹਾਂ ਉੱਥੇ ਕਿਸੇ ਨੂੰ ਦੂਸਰੇ ਬਾਰੇ ਨਹੀਂ ਪਤਾ ਹੁੰਦਾ, ਇੰਨਾ ਕੰਸਰਨ ਨਹੀਂ ਹੁੰਦਾ ਕੌਣ ਕਿਹੜੀ ਜਾਤ ਹੈ। ਲੋਕੀ ਜਾਤ ਪਾਤ ਕਰਕੇ ਨਹੀਂ ਜਾਣਦੇ। ਸਿਮਿਲਰਲੀ ਜੇ ਸ਼ਹਿਰ ਤੋਂ ਬਾਅਦ ਅਸੀਂ ਮੈਟਰੋਪੋਲਿਸ ਦੀ ਗੱਲ ਕਰ ਲਈਏ, ਉੱਥੇ ਹੋਰ ਘੱਟ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵਰਲਡ ਗਲੋਬਲਾਈਜ਼ ਹੋ ਰਿਹਾ ਹੈ ਨਾ,
ਤੇ ਗਲੋਬਲਾਈਜ਼ ਹੋਣ ਕਰਕੇ ਪਹਿਲੀ ਗੱਲ ਤੇ ਇੰਟਰੈਕਸ਼ਨ ਕਰਕੇ ਪਤਾ ਲੱਗਦਾ ਕਿ ਸਾਰੇ ਬੰਦੇ ਚੰਗੇ ਨੇ, ਬਰਾਬਰ ਨੇ, ਮਾੜੇ ਨਹੀਂ ਹੈਗੇ। ਨਹੀਂ ਤੇ ਦੂਰੋਂ ਹੀ ਕਿਵੇਂ ਬਣਿਆ ਰਹਿੰਦਾ ਵੀ ਇਹ ਕੌਮ ਮਾੜੀ ਹੈ ਤੇ ਇਹ ਮੇਰੀ ਕੌਮ ਵੱਡੀ ਹੈ, ਇਹ ਚੀਜ਼ਾਂ ਘਟਦੀਆਂ। ਸੋ ਗਲੋਬਲਾਈਜੇਸ਼ਨ ਵੀ ਦਾ ਇੱਕ ਆਨਸਰ ਹੈ, ਮੈਂ ਮਹਿਸੂਸ ਕਰਦਾ। that's true ਕਿਉਂ ਜਿੰਨੀ ਘਰ ਦੀ ਬਿੱਲੀ ਘਰੇ ਮਿਆਉ ਮਿਆਉ, ਉਹਨਾਂ ਨੂੰ ਪਤਾ ਹੀ ਨਹੀਂ ਬਾਹਰ ਕੀ ਹੈ, ਹੈ ਨੀ। ਖੂਹ ਚ ਕਹਿੰਦੇ ਖੂਹ ਜਿਹੜਾ ਡੱਡੂ ਹੈ ਉਹਨੂੰ ਉਨਾ ਹੀ ਪਤਾ ਹੈ ਜਿੰਨਾ ਉਹਦੇ ਆਲੇ ਦੁਆਲੇ ਆ, ਉਹਦੇ ਲਈ ਕੋਈ ਸਮੁੰਦਰ ਹੈ, ਕੋਈ ਸਮੁੰਦਰ ਹੈ। ਤੇ ਉਹ ਵਿਚਾਰ ਤਾਂ ਹੀ ਵੱਧਦੇ ਨੇ ਜੋ ਐਕਸਪੋਜ਼ਰ ਜਿਹੜਾ exposure all around. right ਹਾਂਜੀ thank you Gyani ji, last word from you। ਹਾਂਜੀ, ਲਾਸਟ ਪੁਆਇੰਟ ਇਹੋ ਹੀ ਆ ਜਿਹੜਾ ਸਾਨੂੰ ਗੁਰਮਤ ਦਾ ਸੁਨੇਹਾ ਮਿਲਿਆ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਕਿ ਜਿਹੜੇ ਬੰਦੇ ਨੂੰ ਸਮਝ ਆਉਂਦੀ ਆ ਉਹ ਇਸ ਨੂੰ ਛੱਡੇ, ਤੇ ਜਿਹੜੇ ਆਪਣੇ ਤੋਂ ਥੱਲੇ ਆ ਉਹਨਾਂ ਨੂੰ ਉਠਾ ਕੇ ਤੇ ਕਵੇ ਕਿ ਤੂੰ ਮੇਰਾ ਭਰਾ ਆ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। Thank you. So we really have covered pre Guru Nanak situation ਕੀ ਸੀਗੀ ਤੇ ਕਿਸ ਤਰ੍ਹਾਂ ਜਾਤ ਪਾਤ as far as we know ਸ਼ੁਰੂਆਤ ਹੋਈ ਉੱਥੋਂ ਦੀ ਤੇ ਕਿੱਥੇ ਹੈ। So our next session will be devoted to ਕਿ ਗੁਰੂ ਨਾਨਕ ਸਾਹਿਬ ਦੇ ਆਉਣ ਦੇ ਨਾਲ ਜਗਤ ਦੇ ਵਿੱਚ ਕਿਸ ਤਰ੍ਹਾਂ ਇਹ ਚੀਜ਼ ਦੀ ਸ਼ੁਰੂਆਤ ਹੋਈ ਕਿ ਵੀ ਅਸੀਂ ਕਿਵੇਂ ਬਰੋਬਰ ਦੀ ਸੁਸਾਇਟੀ ਪੈਦਾ ਕਰੀਏ। ਜਿਵੇਂ ਕਿ ਮਹਾਰਾਜ ਕਹਿੰਦੇ ਹੈਗੇ ਆ ਆਈ ਪੰਥੀ ਸਗਲ ਜਮਾਤੀ ਮਨਜੀਤ ਜਗਜੀਤ, ਤੇ ਉਹਨਾਂ ਨੇ ਜਿਹੜੇ ਫਾਊਂਡੇਸ਼ਨ ਲੇ ਕੀਤੀਆਂ ਉਹ ਫਿਰ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚੀਆਂ, ਕੀ ਹੋਇਆ ਰਸਤੇ ਦੇ ਵਿੱਚ। ਆਵਰ ਨੈਕਸਟ ਸੈਸ਼ਨ ਵਿਲ ਬੀ ਡਿਵੋਟਡ ਟੂ ਦੈਟ ਸਟੱਡੀ, ਹਾਂਜੀ। ਤੇ ਸੋ I'm really thankful for your participation and bringing your ideas. And next time, Jay, if there is a problem, apne Dr. Saab, just do it again to enter into the program. Right sir, ਮੈਨੂੰ ਐਕਚੁਅਲੀ ਪਤਾ ਨਹੀਂ ਸੀ ਲੱਗਾ, ਸੌਰੀ ਕਿ ਮੈਂ ਕਨੈਕਟ ਨਹੀਂ ਹੋਇਆ, ਮੈਨੂੰ ਤੁਹਾਡੇ ਦਰਸ਼ਨ ਹੋ ਰਹੇ ਸੀ। ਹਾਂਜੀ, ਇਹਨੂੰ ਪਤਾ ਨਹੀਂ ਲੱਗ ਰਿਹਾ ਸੀ। ਮੇਰੇ ਨਾਲ ਵੀ ਹੋਈ ਸੀ ਇੱਕ ਦਿਨ ਇਸ ਤਰ੍ਹਾਂ। ਹਾਂਜੀ Yes, thank you again. It was really very useful session ਜਿਹਦੇ ਵਿੱਚ ਕਿ ਅਸੀਂ ਪ੍ਰੀ ਗੁਰੂ ਨਾਨਕ ਸਿਚੁਏਸ਼ਨ ਦੇ ਥੋੜਾ ਬਹੁਤਾ ਰਿਵਿਊ ਕਰ ਸਕੇ ਆ, ਤੇ ਉਹਦੇ ਤੋਂ ਸਾਨੂੰ ਜਿਹੜੇ ਆਈਡੀਆਜ਼ ਨੇ will help us appreciate ਕਿ ਗੁਰੂ ਸਾਹਿਬ ਨੇ ਕੀ ਪ੍ਰੋਗਰਾਮ ਤੇ ਕੀ ਚੇਂਜਸ ਲਿਆਂਦੀਆਂ ਨੇ ਜਗਤ ਭਲਾਈ ਦੇ ਲਈ। ਇਹਨੇ ਸ਼ਬਦ ਪ੍ਰਵਾਨ ਕਰਨਾ ਤੁਹਾਡਾ ਵੀ ਪਾਰਟਿਸਿਪੇਸ਼ਨ ਦਾ ਤੇ ਆਡੀਅנס ਦਾ ਬਹੁਤ ਬਹੁਤ ਸ਼ੁਕਰ, ਤੇ ਵਾਹਿਗੁਰੂ ਹਰ ਪੱਖੋਂ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।